ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਜਦੋਂ ਅਸੀਂ ਪੰਜਾਬ ਦੇ ਦੁਖਾਂਤ ਦੀ ਗੱਲ ਕਰਦੇ ਹਾਂ ਕਿ ਆਖਿਰਕਾਰ ਪੰਜਾਬ ਦੇ ਨਾਲ ਜਿੰਨੀਆਂ ਵੀ ਚਰਚਾਵਾਂ ਜੁੜੀਆਂ ਨੇ ਕਿ ਖਜ਼ਾਨਾ ਖਾਲੀ ਹੈ, ਪੰਜਾਬ ਕਰਜ਼ਦਾਰ ਹੋ ਗਿਆ, ਇੱਕ ਇੱਕ ਪੰਜਾਬੀ ਦੇ ਸਿਰ ਤੇ ਇੰਨੇ ਇੰਨੇ ਲੱਖ ਦਾ ਕਰਜ਼ਾ ਬਣਦਾ ਹੈ, ਲਗਾਤਾਰ ਕੋਸਿਆ ਜਾਂਦਾ ਹੈ ਕੇਂਦਰ ਨੂੰ। ਕਿਉਂਕਿ ਕੇਂਦਰ ਦੀਆਂ ਪਾਲਿਸੀਆਂ ਜਿਹੜੀਆਂ, ਕੇਂਦਰ ਦੀਆਂ ਨੀਤੀਆਂ ਜਿਹੜੀਆਂ ਨੇ, ਉਹ ਕਹਿੰਦੇ ਪੰਜਾਬ ਨੂੰ ਜਾਂ ਕਿਸੇ ਵੀ ਸਟੇਟ ਨੂੰ ਦੱਬਣ ਦੇ ਵਿੱਚ ਵੱਡਾ ਹੱਥ ਉਹਨਾਂ ਦਾ ਹੁੰਦਾ ਹੈ। ਕਿਸੇ ਵੀ ਸਟੇਟ ਨੂੰ ਉਹਦੇ ਰੈਵਨਿਊ ਨੂੰ ਜਿਹੜਾ ਜਨਰੇਟ ਨਹੀਂ ਹੋਣ ਦੇਣਾ, ਉਹਦੇ ਹੱਕਾਂ ਦੇ ਉੱਤੇ, ਉਹਦੇ ਜਮਹੂਰੀ ਢਾਂਚੇ ਦੇ ਉੱਤੇ ਉਹ ਕੇਂਦਰ ਦਾ ਹਮਲਾ ਹੁੰਦਾ। ਪਰ 2014 ਤੋਂ ਪਹਿਲਾਂ ਦੀ ਗੱਲ, ਹੁਣ 2014 ਤੋਂ ਮੋਦੀ ਸਾਹਿਬ ਦੀ ਸਰਕਾਰ ਆਈ, ਉਦੋਂ ਤੋਂ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ, ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਰਹੀ ਤੇ ਕੇਂਦਰ 'ਚ ਕਾਂਗਰਸ ਦੀ ਰਹੀ, ਉਹ ਕਹਿੰਦੇ ਕੇਂਦਰ ਮਤਰੇਈ ਮਾਂ ਵਾਲਾ ਸਲੂਕ ਕਰਦਾ। ਉਦੋਂ ਕਾਂਗਰਸ ਨੇ ਪੰਜਾਬ ਬਾਰੇ ਕਿਉਂ ਨਹੀਂ ਸੋਚਿਆ? ਅੱਜ ਦੇ ਹਾਲਾਤ ਨਾਲੋਂ ਨਾਲ ਗੱਲ ਮੁੱਦਿਆਂ ਦੀ ਹੁੰਦੀ ਹੈ। ਉਹਨਾਂ ਵਿੱਚ ਸਭ ਤੋਂ ਵੱਡਾ ਮੁੱਦਾ, ਹੋਰ ਮੁੱਦਿਆਂ ਦੇ ਉੱਤੇ ਸਾਡੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ, ਨਸ਼ਿਆਂ ਦੇ ਕਾਰੋਬਾਰ ਦੀ ਗੱਲ ਕਰਾਂਗੇ, ਜਿਹੜਾ ਵੱਧ ਫੁੱਲ ਰਿਹਾ, ਜਿਹਦਾ ਨਾਮ ਇਹ ਦੇ ਦਿੱਤਾ ਜਾਂਦਾ ਹੈ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਨਸ਼ਾ ਜਿਹੜਾ ਉਹ ਇੱਕ ਇੰਟਰਨੈਸ਼ਨਲ ਕਾਰੋਬਾਰ ਹੈ। ਇਸ ਕਰਕੇ ਇਹਦੇ ਉੱਤੇ ਲਗਾਮ ਕੱਸਣੀ ਜਾਂ ਇਹਨੂੰ ਕਾਬੂ ਦੇ ਵਿੱਚ ਰੱਖਣਾ ਇਹ ਕੋਈ ਨਿੱਕੀ ਮੋਟੀ ਖੇਡ ਨਹੀਂ। ਕਿਉਂਕਿ ਬਾਰਡਰਾਂ ਤੋਂ ਪਾਰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਦੋਂ ਨਸ਼ਾ ਆਉਂਦਾ ਹੈ, ਭਾਵੇਂ ਉੱਥੇ BSF ਲਾ ਲਓ, ਭਾਵੇਂ ਉੱਥੇ ਜਿਹੜੀ ਮਰਜ਼ੀ ਸੁਰੱਖਿਆ ਏਜੰਸੀ ਲਾ ਲਓ, ਉਹਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ ਉਹਨੇ ਫੈਲ ਹੀ ਜਾਣਾ। ਪਰ ਨਿਸ਼ਾਨਾ ਸਿਰਫ ਪੰਜਾਬ ਵੱਡੇ ਪੱਧਰ ਦੇ ਉੱਤੇ ਕਿਉਂ ਹੈ? ਕਿ ਵਾਕਈ ਇਸ ਦੇ ਵਿੱਚ ਕੋਈ ਸੱਚਾਈ ਹੈ? ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ ਬਾਬਾ। ਸ਼ੁਕਰੀਆ ਡਾਕਟਰ ਸਾਹਿਬ। ਅੱਜ ਫੇਰ ਉਹੀ ਰੌਲਾ ਸੂਬਿਆਂ ਦਾ ਤੇ ਕੇਂਦਰ ਦਾ। ਕਹਿੰਦੇ ਮਤਰੇਈ ਵਾਲਾ ਸਲੂਕ ਪਹਿਲਾਂ ਵੀ ਕੇਂਦਰ ਸਰਕਾਰ ਸੂਬਿਆਂ ਨਾਲ ਕਰਦੀ ਰਹੀ, ਉਦੋਂ ਕਾਂਗਰਸ ਸੀ। ਅੱਜ BJP ਹੈ, ਅੱਜ ਇਹ ਮਤਰੇਈ ਵਾਲਾ ਸਲੂਕ ਕਰਦੀ ਹੈ। ਇਹਨੂੰ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਸਮਝਿਆ ਜਾਏ? ਇੱਕ ਆਮ ਪੰਜਾਬੀ, ਜੇ ਇਕੱਲੇ ਪੰਜਾਬ ਦੀ ਗੱਲ ਕਰ ਲਈ ਜਾਏ ਤਾਂ ਕਿਸ ਤਰ੍ਹਾਂ ਸਮਝਿਆ ਜਾਏ? ਦੇਖੋ ਸੁਖਵਿੰਦਰ ਜੀ, ਗੱਲ ਇਹ ਹੈ ਵੀ ਜਦ ਅਸੀਂ ਇਹ ਕਹਿੰਦੇ ਵੀ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਨੇ, ਤਾਂ ਅਸੀਂ ਇੱਕੋ ਰੱਸੇ ਵੱਟਦੇ ਹਾਂ ਦੋਨਾਂ ਚੀਜ਼ਾਂ ਨੂੰ ਜੀ। ਆ ਵਿੱਚ ਤੁਸੀਂ ਇੰਟਰੋਡਕਸ਼ਨ ਵੇਲੇ ਕਰਜ਼ੇ ਦੀ ਗੱਲ ਕਰ ਰਹੇ ਸੀ। ਜੇ ਅਸੀਂ ਕਰਜ਼ਾ ਦੇਖੀਏ 2014 ਤੱਕ ਜਿਹੜਾ ਪੰਜਾਬ ਦੇ ਜਿੰਮੇ ਕਰਜ਼ਾ ਸੀ ਉਹ ਤਕਰੀਬਨ 1 ਲੱਖ ਕਰੋੜ ਸੀ ਜੀ। ਤੇ ਅੱਜ ਉਹ ਕਰਜ਼ਾ ਜਿਹੜਾ ਇਸ ਵਕਤ ਅੰਦਾਜ਼ੇ ਨੇ ਉਹ 3 ਲੱਖ ਕਰੋੜ ਹੋ ਜਾਣਾ ਹੈ। 2,73,703 ਕਰੋੜ ਦਾ ਤਾਂ ਬਜਟ ਦੇ ਵਿੱਚ ਇਹਨਾਂ ਨੇ ਲਿਖਿਆ ਹੋ ਜਾਣਾ। ਸੋ ਜੇ ਇਸ ਨੂੰ ਅਸੀਂ ਦੇਖੀਏ, ਪਿਛਲੇ ਸਾਲ ਤੱਕ ਹੀ 1,52,000 ਕਰੋੜ ਹੋ ਚੁੱਕਿਆ। ਸੌਰੀ, 2,52,000 ਕਰੋੜ। ਹੁਣ ਜੇ ਅਸੀਂ ਦੇਖੀਏ ਵੀ ਜਿਹੜਾ 6-7 ਸਾਲਾਂ 'ਚ ਇੰਨੀ ਤੇਜ਼ੀ ਨਾਲ ਕਰਜ਼ਾ ਵਧਿਆ ਹੈ, ਕੋਈ ਫਰਕ ਤਾਂ ਹੋਏਗਾ। ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ। ਪਹਿਲੀਆਂ ਸਰਕਾਰਾਂ ਵੀ ਸੂਬਿਆਂ ਦੇ ਹੱਕਾਂ ਤੇ ਡਾਕੇ ਮਾਰਦੀਆਂ ਰਹੀਆਂ ਤੇ ਹੁਣ ਇਹਨਾਂ ਨੇ ਤੇਜ਼ੀ ਨਾਲ ਮਾਰਨੇ ਸ਼ੁਰੂ ਕਰਤੇ। ਪਹਿਲੀਆਂ ਜਿਹੜੀਆਂ ਡਾਕੇ ਮਾਰਦੀਆਂ ਸੀ ਉਹਦੇ 'ਚ ਓਡਾ ਵੱਡਾ ਸਾਡੇ ਰੈਵਨਿਊ ਦਾ ਲਾਸ ਨਹੀਂ ਹੁੰਦਾ ਸੀ ਜਿੱਥੇ ਸਾਡੀ ਪ੍ਰਭੂ ਸੱਤਾ ਦਾ ਲਾਸ ਹੋ ਰਿਹਾ ਸੀ। ਸੂਬੇ ਦੀ ਆਪਦੀ ਇੱਕ ਪ੍ਰਭੂ ਸੱਤਾ ਹੁੰਦੀ ਹੈ, ਸਾਡੀ ਆਟੋਨਮੀ ਦਾ ਲਾਸ ਹੋ ਰਿਹਾ ਸੀ। ਪਰ ਹੁਣ ਸਾਡੇ ਫਾਈਨੈਂਸਿਸ ਦਾ ਵੀ ਲਾਸ ਹੋਇਆ। ਉਹ ਮੈਂ 2-3 ਗੱਲਾਂ 'ਚ ਕਹਾਂਗਾ ਵੀ ਇਹਨਾਂ ਨੇ ਸਾਡੇ ਵਿੱਤ 'ਤੇ ਕਿਵੇਂ ਨੁਕਸਾਨ ਕਰਿਆ। ਪਹਿਲਾਂ ਤਾਂ ਇਹਨਾਂ ਨੇ ਜਿਹੜਾ ਵੈਟ ਸੀ ਉਹਨੂੰ ਬਦਲ ਕੇ GST ਬਣਾਤਾ ਵੀ ਅਸੀਂ ਤਾਂ ਜੀ ਇੱਕੋ ਜਿਹਾ ਟੈਕਸ, ਇੱਕ ਟੈਕਸ ਇੱਕ ਦੇਸ਼, ਇੱਕ ਵੋਟ ਇੱਕ ਦੇਸ਼, ਇੱਕ ਪਛਾਣ ਇੱਕ ਦੇਸ਼, ਇੱਕ ਨਾਗਰਿਕਤਾ ਇੱਕ ਦੇਸ਼, ਹੈ ਜੀ, ਇੱਕ ਪੜ੍ਹਾਈ ਇੱਕ ਦੇਸ਼। ਇਹ ਸਾਰਾ ਕੁਝ ਇੱਕ ਕਹਿ ਕੇ ਇੱਕ ਦੇ ਬਹਾਨੇ ਟੈਕਸ ਤਾਂ ਕਈ ਨੇ ਕਿ ਸਾਡਾ ਟੈਕਸ ਆਪ ਲੈਣ ਲੱਗ ਗਏ। ਰੇਟ ਵੀ ਉਹ ਤੈਅ ਕਰਦੇ ਨੇ। ਹੁਣ ਸਾਡੇ ਹੱਥ 'ਚ ਨਾ ਰੇਟ ਤੈਅ ਕਰਨਾ ਤੇ ਨਾ ਉਹ ਪੈਸੇ ਜਿਹੜੇ ਉਹ ਇਕੱਠੇ ਕਰ ਦਿੰਦੇ, ਉਹਨਾਂ ਤੋਂ ਜ਼ਰੂਰੀ ਹੈ ਵੀ ਸਾਨੂੰ ਵਾਪਸ ਮਿਲ ਜਾਣ। ਜਿਹੜੇ ਨਾਲ ਵਾਧੂ ਦੇਣ ਦਾ ਵਾਅਦਾ ਕਰਿਆ ਸੀ ਉਹ ਵੀ ਮੁੱਕਰ ਗਏ ਤੇ ਕਹਿਤਾ ਵੀ ਤੁਸੀਂ ਆਪਦੇ, ਤੁਹਾਡਾ ਵੀ ਜਿਹੜਾ ਇਕੱਠਾ ਕਰਿਆ ਸਾਡੇ ਕੋਲ ਤਾਂ ਹੈ ਨਹੀਂ, ਤੁਸੀਂ ਆਪਦਾ ਕਰਜ਼ਾ ਲੈ ਲਓ। ਪੰਜਾਬ ਨੇ ਥੋੜ੍ਹੇ ਜਿਹੇ ਦਿੱਤਾ। ਜਿਹੜਾ ਵਿੱਤ ਮੰਤਰੀ ਪਹਿਲਾਂ ਗਿੱਧਾ ਪਾਉਂਦਾ ਸੀ ਵੀ ਸਾਡਾ ਤਾਂ ਬਹੁਤ ਵਧੀਆ ਹੋ ਗਿਆ GST ਨਾਲ, ਉਹੀ ਵਿੱਤ ਮੰਤਰੀ ਹੁਣ ਰੋ ਰਿਹਾ। ਸੋ ਇੱਕ ਤਾਂ ਸਾਨੂੰ ਇਹ ਸਮਝਣਾ ਪਊ ਵੀ ਜਦ ਤੁਹਾਡੇ ਪੈਸੇ ਇਕੱਠੇ ਕਰਨੇ ਉਹਨਾਂ ਨੇ ਸ਼ੁਰੂ ਕਰਤੇ, ਇਹ ਤਾਂ ਬਹੁਤ ਵੱਡਾ ਘਾਤ ਹੈ। ਉਦੋਂ ਹੋਰ ਗੱਲਾਂ ਉਹਦੇ ਵਿੱਚ, ਜਿਵੇਂ ਸਾਡੇ ਜਿਹੜੇ ਅਸੀਂ ਐਂਟਰੈਂਸ ਟੈਸਟ ਕਰਦੇ ਸੀਗੇ ਉਹ ਅਸੀਂ ਕਰਦੇ ਸੀ, ਚਾਹੇ ਇੰਜੀਨੀਅਰਿੰਗ ਦਾ ਹੈ ਚਾਹੇ ਮੈਡੀਕਲ ਦਾ, ਉਹਦੇ ਸਾਡੇ ਆਮਦਨ ਹੁੰਦੀ ਸੀ ਜਿਹੜੀ ਬੱਚਿਆਂ ਦੀ, ਉਹ ਹੁਣ ਕੇਂਦਰ ਕਰਨ ਲੱਗ ਗਿਆ। ਕੇਂਦਰ ਕਰਨ ਲੱਗ ਗਿਆ ਤਾਂ ਸਾਰੇ ਦਾ ਸਾਰਾ ਪੈਸਾ ਉਹ ਲੈਣ ਲੱਗ ਗਿਆ, ਉੱਥੇ ਚਲਾ ਗਿਆ। ਉਹ ਵੀ ਪੈਸਾ ਜਿਹੜਾ ਸਰਕਾਰ ਦੇ ਅਦਾਰਿਆਂ ਨੂੰ ਮਿਲ ਕੇ ਅਦਾਰਿਆਂ ਦੀ ਤਰੱਕੀ ਹੋਣੀ ਸੀ, ਉਹ ਫਿਰ ਹੁਣ ਹੋਰ ਤਰੀਕੇ ਨਾਲ ਲੋਕਾਂ ਤੇ ਬੋਝ ਪੈਣ ਲੱਗ ਗਿਆ ਜਾਂ ਉਹ ਅਦਾਰੇ ਕਮਜ਼ੋਰ ਹੋ ਗਏ।
ਸੋ ਸਾਡੀ ਤਰੱਕੀ ਕਿੱਥੋਂ ਹੋਣੀ ਹੈ? ਇਹ ਇਹਨਾਂ ਨੇ ਕਰਿਆ, ਪਹਿਲੀ ਸਰਕਾਰਾਂ ਨੇ ਨਹੀਂ ਕਰਿਆ ਸੀ। ਸਾਰੇ ਐਂਟਰੈਂਸ ਟੈਸਟ ਆਪ ਲੈਣ ਲੱਗ ਗਏ। ਇੱਦਾਂ ਹੀ ਇਸ ਤੋਂ ਅੱਗੇ ਜਿਹੜਾ ਅਸੀਂ ਖਰਚਾ ਕਰਦੇ ਹਾਂ ਉਹਦੇ ਚੋਂ ਸਾਡੀ ਰਿਟਰਨ ਮਿਲੇ, ਸਾਡੇ ਜਿਵੇਂ ਮੈਨ ਪਾਵਰ, ਹੁਣ MD 'ਚ ਇਹਨਾਂ ਨੇ ਕਹਿਤਾ ਕੇਂਦਰ ਦਾਖਲ ਕਰੇਗਾ ਆਪਣੀ ਮਰਜ਼ੀ ਨਾਲ, ਫੀਸਾਂ ਵੀ ਕੇਂਦਰ ਤੈਅ ਕਰੇਗਾ। ਅੱਗੇ ਫੀਸਾਂ ਅਸੀਂ ਤੈਅ ਕਰਦੇ ਸੀ। ਸੋ ਉਹਦੇ ਵਿੱਚ ਵੀ ਸਾਨੂੰ ਲਾਸ ਮੈਨ ਪਾਵਰ ਦਾ ਵੀ ਹੋ ਗਿਆ, ਵੀ ਬਾਹਰਲੇ ਬੰਦੇ ਆ ਕੇ ਸਾਡੇ ਇੱਥੇ ਟ੍ਰੇਨਿੰਗ ਲੈ ਜਾਣਗੇ, MD ਕਰ ਜਾਣਗੇ, ਸਿਖਲਾਈ ਤੋਂ ਸਾਡੇ ਮਰੀਜ਼ਾਂ ਤੇ ਕਰਨਗੇ, ਇਲਾਜ ਕਿਸੇ ਹੋਰ ਦਾ ਜਾ ਕੇ ਕਰਨਗੇ। ਇਹ ਵੀ ਸਾਨੂੰ ਲਾਸ ਹੋ ਗਿਆ। 535 ਪੋਸਟਾਂ ਖਾਲੀ ਪਈਆਂ ਨੇ ਪੰਜਾਬ ਸਪੈਸ਼ਲਿਸਟਾਂ ਦੀਆਂ। ਇੱਕ ਤਾਂ ਇਹ ਆ ਵੀ ਸਰਕਾਰ ਸਪੈਸ਼ਲਿਸਟ ਨੂੰ ਤਾਂ 53,100 ਤਨਖਾਹ ਤੇ ਪੋਸਟਾਂ ਐਡਵਰਟਾਈਜ਼ ਕਰੀਆਂ ਨੇ ਆ ਸਤੰਬਰ 'ਚ। ਇਹ ਕਾਲਜ ਲੈਕਚਰਾਰਾਂ ਦੀਆਂ, MD ਵਾਲਿਆਂ ਦੀਆਂ, MD MS ਨੂੰ 53,100 ਤਨਖਾਹ ਸਰਕਾਰ ਨੇ ਐਡਵਰਟਾਈਜ਼ ਕਰੀ ਹੈ। ਜਿਹੜੇ MA ਕਰਕੇ ਵੱਧ ਤੋਂ ਵੱਧ MPhil ਵਗੈਰਾ ਨੈਟ ਵਗੈਰਾ ਕਰਕੇ ਲੱਗਦੇ ਨੇ ਉਹਨਾਂ ਨੂੰ 56,100 ਕਰੀ ਆ। ਹੁਣੀ ਪੋਸਟਾਂ ਐਡਵਰਟਾਈਜ਼ ਹੋਈਆਂ ਨੇ 1168 ਕੇ ਕਿੰਨੀਆਂ। ਇਹ ਸਰਕਾਰ ਦਾ ਆਪਦਾ ਵੀ ਇੱਕ ਨਲਾਇਕੀ ਹੈ। ਸੋ ਜਿਹੜੇ ਸਾਡੀ ਆਮਦਨ ਦੇ ਸਰੋਤ ਸੀਗੇ, ਸਾਡੀ ਆਮਦਨ ਦੇ ਸਰੋਤ ਸਰਫੇਸ ਟਰਾਂਸਪੋਰਟ ਦੇ ਉੱਤੇ, ਹੁਣ ਅੱਗੇ RC ਦੀ, ਲਾਇਸੈਂਸ ਦੀ, ਡਰਾਈਵਿੰਗ ਲਾਇਸੈਂਸ ਦੀ ਫੀਸ ਵਗੈਰਾ ਸਾਡੇ ਕੋਲ ਆਉਂਦੀ ਸੀ, ਉਹ ਵੀ ਉਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਈ। ਉਹ ਸਰਫੇਸ ਟਰਾਂਸਪੋਰਟ ਐਕਟ ਬਣਾਤਾ। ਉਹ ਗੱਲ ਵੱਖਰੀ ਹੈ ਵੀ ਅਜੇ ਉਸ ਤਰੀਕੇ ਨਾਲ ਇਹ ਲਾਗੂ ਨਹੀਂ ਹੋਇਆ। ਆ ਖੇਤੀ ਦੇ ਬਿੱਲਾਂ ਦੇ ਉੱਤੇ ਜਿਹੜੀ ਸਾਨੂੰ ਖੇਤੀ 'ਚੋਂ ਆਮਦਨ ਹੁੰਦੀ ਸੀ ਮੰਡੀਆਂ 'ਚੋਂ, ਉਹ ਜਿਹੜਾ ਇਹਨਾਂ ਨੇ ਕਹਿਤਾ ਵੀ ਹਰੇਕ ਘਰ ਹੀ ਮੰਡੀ ਹੋਊਗਾ, ਹਰੇਕ ਸੜਕ ਮੰਡੀ ਹੋਏਗੀ, ਉਹਦੇ ਨਾਲ ਸਾਡੀ ਮੰਡੀ ਦੀ ਆਮਦਨ ਬੰਦ ਕਰਤੀ। ਨਾਲ ਲਿਖਤਾ ਵੀ ਜਿਹੜਾ ਇਹਨਾਂ ਬਿਨਾਂ ਥਾਈਂ ਪਰਚੇਜ਼ ਹੋਈ ਉਹਦੇ ਤੇ ਕੋਈ ਮੰਡੀ ਟੈਕਸ ਨਹੀਂ ਲੱਗੇਗਾ, ਕੋਈ ਟੈਕਸ ਨਹੀਂ ਲੱਗੇਗਾ। ਸੜਕਾਂ ਉਹ ਸਾਡੀਆਂ ਤੋੜਨਗੇ ਟਰੱਕ, ਉਹਨਾਂ ਦੇ ਵੱਡੇ ਟਰਾਲੇ, ਤੇ ਪੈਸਾ ਅਸੀਂ ਲੈ ਨਹੀਂ ਸਕਦੇ ਉਹਨਾਂ ਨੂੰ ਕਰਾਉਣ ਵਾਸਤੇ ਵੀ ਇਹਦੀ ਰਿਪੇਅਰ ਕਰਾਈਏ। ਉਹ ਪੈਸਾ ਵੀ ਗਿਆ ਜਿਹੜਾ ਸਾਨੂੰ ਮੰਡੀਆਂ 'ਚੋਂ ਤਕਰੀਬਨ 5,000 ਕਰੋੜ ਇਕੱਠਾ ਹੁੰਦੇ ਹੋ ਗਿਆ। ਸੋ ਜਦ ਅਸੀਂ ਕਿਸੇ ਵੀ ਚੀਜ਼ ਨੂੰ ਧਿਆਨ ਇਹਦੇ ਉੱਤੇ ਮਾਰਦੇ ਹਾਂ ਕਿ ਸਾਡਾ ਟੈਕਸ, ਸਾਡੇ ਵਿੱਤੀ ਸਰੋਤ ਕਿੱਥੋਂ ਆਉਣ, ਤਾਂ ਉਹ ਵਿੱਤੀ ਸਰੋਤਾਂ ਦੇ ਸਾਰੇ ਜਿਹੜੇ ਸਾਡੇ ਸਰੋਤ ਨੇ ਉਹਨਾਂ ਨੂੰ ਬੰਦ ਕਰੀ ਜਾ ਰਹੀ ਹੈ ਸਰਕਾਰ। ਆਪਾਂ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਠੇ ਕਰਦੇ ਹਾਂ। NDPS ਐਕਟ ਉਹ ਵੀ ਸੈਂਟਰ ਨੇ ਬਣਾ ਰੱਖਿਆ ਆਪਣਾ, ਉਹਦੇ ਰਾਹੀਂ ਜਿਹੜਾ ਨਸ਼ਿਆਂ ਦੀ ਤੁਸੀਂ ਗੱਲ ਕਰੀ ਹੈ। ਆਹ ਹੁਣ ਨਿਊ ਐਜੂਕੇਸ਼ਨ ਪਾਲਿਸੀ ਵੀ ਸੈਂਟਰ ਨੇ ਬਣਾਤੀ, ਉਹਦੇ 'ਚ ਵੀ ਅਸੀਂ ਸਕੂਲ ਕਿਹੋ ਜਿਹੇ ਹੋਣਗੇ, ਟੀਚਰ ਕਿਹੋ ਜਿਹੇ ਹੋਣਗੇ, ਉਹ ਸਾਰਾ ਕੁਝ ਕੇਂਦਰ ਤੈਅ ਕਰੇਗਾ। ਸੋ ਜਦ ਤੁਸੀਂ ਹਰੇਕ ਚੀਜ਼ ਨੂੰ, ਹੈਲਥ ਹੈ, ਐਜੂਕੇਸ਼ਨ ਹੈ, ਮੈਡੀਕਲ ਐਜੂਕੇਸ਼ਨ ਹੈ, ਤੇ ਪਰਿਆਵਰਨ ਹੈ, ਜੰਗਲਾਂ ਤੇ ਕਰਤਾ ਵੀ ਜੇ ਕੇਂਦਰ ਠੇਕਾ ਦੇ ਦੇਗਾ ਤੁਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ। ਅੱਗੇ ਅਸੀਂ ਆਪਦਾ ਠੇਕਾ ਦੇ ਕੇ ਅਸੀਂ 4 ਪੈਸੇ ਕਮਾ ਸਕਦੇ ਸੀ, ਉਹ ਵੀ ਸਾਡਾ ਖੋਲਿਆ ਉਹਨਾਂ ਨੇ ਬਣਾਤਾ। ਜਦੋਂ ਉਹਨਾਂ ਨੇ ਉੱਤੋਂ ਠੇਕਾ ਦਿੱਤਾ ਸਾਨੂੰ ਕੁਝ ਦੇਣ ਨਾ ਦੇਣ। ਸੋ ਇਹ ਜਿਹੜਾ ਕੇਂਦਰ ਨੇ ਹਰ ਗੱਲ ਦੇ ਉੱਤੇ ਫੈਸਲੇ ਆਪਦੇ ਹੱਥ 'ਚ ਲੈ ਲਏ, ਹਰ ਚੀਜ਼ ਆਪਦੇ ਹੱਥ 'ਚ ਲੈ ਲਈ। ਫਿਰ ਆ ਇੱਕ NRHM ਹੈ, NHM ਕਹਤਾ ਹੁਣ, ਇੱਦਾਂ ਹੀ ਇੱਕ ਸਰਵ ਸਿੱਖਿਆ ਅਭਿਆਨ ਸੀ। ਇਹਦੇ ਰਾਹੀਂ ਸਾਨੂੰ ਪੈਸੇ ਤਾਂ ਥੋੜ੍ਹੇ ਜਿਹੇ ਦਿੰਦੇ ਨੇ, ਪਰ ਜਿਹੜਾ ਸਾਡਾ ਐਡਾ ਐਡਾ ਹਜ਼ਾਰਾਂ ਕਰੋੜ ਦਾ ਬਜਟ ਹੈ ਉਹਦਾ ਫੈਸਲਾ ਉਹ ਕਰਦੇ ਵੀ ਹੁਣ ਇਹ ਖਰਚ ਕਿਵੇਂ ਹੋਊਗਾ। ਉਹ ਖਰਚੇ ਦੇ ਵਿੱਚ ਫਿਰ ਆਪਦੀ ਮਰਜ਼ੀ ਦੇ ਕਰਦੇ ਨੇ। ਸਾਡੇ ਲੋਕਾਂ ਨੂੰ ਨਾ ਸਿੱਖਿਆ ਮਿਲੇ, ਨਾ ਸਿਹਤ ਮਿਲੇ। ਫਿਰ ਜਦ ਉਹ ਮਰਜ਼ੀ ਕਰਦੇ ਨੇ, ਸਾਡੀਆਂ ਸਰਕਾਰਾਂ ਵੀ ਨਲਾਇਕੀ ਕਰਦੀਆਂ ਨੇ। ਇਹ ਨਹੀਂ ਵੀ ਸਾਡੀ ਸਰਕਾਰ ਦੀ ਨਲਾਇਕੀ ਨਹੀਂ। ਸੋ ਸਾਡੇ ਜਿਹੜੇ ਫੈਡਰਲ ਅਧਿਕਾਰ ਸੀਗੇ, ਫੈਡਰਲਿਜ਼ਮ ਦੇ ਜਿਹੜੇ ਸਾਡੇ ਸੂਬਿਆਂ ਦੇ ਅਧਿਕਾਰ ਸੀ, ਉਹ ਪਹਿਲੀਆਂ ਸਰਕਾਰਾਂ ਹੌਲੀ ਹੌਲੀ ਖੋਹਣੀਆਂ ਸੀ। ਇਹਨਾਂ ਨੇ ਐਨ ਤੇਜ਼ੀ ਨਾਲ ਖੋਹਣੇ ਸ਼ੁਰੂ ਕਰਤੇ ਵੀ ਜੇ ਭਾਜੋ ਤੁਹਾਡੇ ਤੇ ਕੁਝ ਹੈ ਹੀ ਨਹੀਂ, ਅਸੀਂ ਮਰਜ਼ੀ ਨਾਲ ਫੈਸਲਾ ਕਰਾਂਗੇ। ਆਹ ਹੁਣੀ ਜਿਹੜਾ CBSE ਨੇ ਫੈਸਲਾ ਕਰਿਆ ਹੈ, ਇਹ ਸੂਬੇ ਦੇ ਅਧਿਕਾਰਾਂ ਤੇ ਡਾਕਾ ਹੀ ਹੈ ਵੀ ਪੰਜਾਬੀ ਨੂੰ ਤੁਸੀਂ ਜਾਂ ਖੇਤਰੀ ਭਾਸ਼ਾਵਾਂ ਨੂੰ ਤੁਸੀਂ ਮਾਈਨਰ ਭਾਸ਼ਾ ਕਹਿ ਦਿਓ। ਪਹਿਲਾਂ ਹੀ ਕਹਿਤੀ ਸੀ ਅਸਲ 'ਚ, ਤਾਂ ਡੇਟ ਸ਼ੀਟ ਤਾਂ ਹੁਣ ਆਈ ਹੈ, ਇਹਨਾਂ ਤੋਂ ਹੁਣ ਜਾ ਖੁੱਲੀ ਹੈ। ਇਹ ਤਾਂ 6 ਮਹੀਨੇ ਪਹਿਲਾਂ ਇਹਨਾਂ ਨੇ ਡਿਸਾਈਡ ਕਰਿਆ ਹੋਇਆ, ਨੋਟੀਫਿਕੇਸ਼ਨ ਹੋਈ ਹੈ CBSE ਦੀ, ਉਹਦੇ ਵੈਬਸਾਈਟ 'ਤੇ ਪਈ ਹੈ। ਸੋ ਇਸ ਕਰਕੇ ਜਿਹੜਾ ਸਾਡੇ ਸਰੋਤ ਸੀਗੇ, ਜਾਂ ਜਿਹੜਾ ਸਾਡਾ ਖੁਦ ਵਿਕਾਸ, ਵਿੱਤੀ ਸਰੋਤ ਵੀ, ਸਾਡੀਆਂ ਸ਼ਕਤੀਆਂ ਵੀ, ਦੋਨੇ ਚੀਜ਼ਾਂ ਜੇ ਕੇਂਦਰ ਨੇ ਲੈਣੀਆਂ, ਇਹ ਵਿਕਾਸ ਕਿੱਥੋਂ ਕਰਨਗੇ? ਇਹ ਜਿਹੜੇ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਡਰਾਮਾ ਕਰਦੀਆਂ ਨੇ। ਬਿਲਕੁਲ, ਇਹ ਸਿਰਫ ਆਪਦੀ ਤਾਕਤ 'ਚ ਰਹਿਣਾ ਚਾਹੁੰਦੀਆਂ ਨੇ। ਅਕਾਲੀ ਦਲ ਤਾਂ ਉਹਦਾ ਪਾਰਟੀ ਰਿਹਾ ਕੇਂਦਰ ਦਾ, ਤੇ ਉਹਨਾਂ ਦੀ ਸਰਕਾਰ ਵੀ ਰਹੀ, ਕੇਂਦਰ ਨੂੰ ਵੀ ਬੱਲੇ ਬੱਲੇ ਕਰਦੇ ਰਹੇ। 2002 ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਤਾਂ ਵਾਜਪਾਈ ਸਾਹਿਬ ਦੀ ਸੀ, 2004 ਤੱਕ ਤਾਂ, ਤੇ 2002 ਤੱਕ ਅਕਾਲੀਆਂ ਦੀ ਵੀ ਸਰਕਾਰ ਸੀ ਉਸ ਸਮੇਂ 'ਚ, 98 ਤੋਂ ਲੈ ਕੇ। ਉਦੋਂ ਕੁਝ ਨਹੀਂ ਹੋਇਆ। ਜ਼ਿਆਦਾ ਹੁਣ 14 ਤੋਂ ਲੈ ਕੇ 17 ਤੱਕ ਉਦੋਂ ਵੀ ਅਕਾਲੀਆਂ ਦੀ ਵੀ ਸਰਕਾਰ ਸੀ, ਉਰੇ ਅਕਾਲੀ BJP ਦੀ, ਉਦੋਂ ਕੀ ਕਰ ਲਿਆ? ਸੋ ਜਦ ਅਸੀਂ ਇਹ ਦੇਖਦੇ ਹਾਂ ਕਿ ਸਾਰੇ ਫੈਸਲੇ ਕੇਂਦਰ ਨੇ ਕਰਨੇ ਨੇ। ਵਪਾਰ, ਸਾਡਾ ਵਪਾਰ ਖੁੱਲ੍ਹ ਸਕਦਾ ਹੈ ਵਾਹਗਾ ਬਾਰਡਰ ਤੋਂ, ਕਰਾਚੀ ਰਾਹੀਂ ਵਪਾਰ ਤਾਂ ਹੋ ਰਿਹਾ ਪਾਕਿਸਤਾਨ ਨਾਲ, ਇੱਥੋਂ ਨਹੀਂ ਹੋ ਸਕਦਾ। ਔਰ ਇੱਥੋਂ ਦੀਆਂ ਪਾਰਟੀਆਂ ਦੀ ਨਲਾਇਕੀ ਕੀ ਹੈ? ਇੱਥੋਂ ਦੀਆਂ ਪਾਰਟੀਆਂ ਦੀ ਨਲਾਇਕੀ ਜਾਂ ਕਰੋ ਬੇਈਮਾਨੀ, ਮੈਂ ਕਹਾਂਗਾ। ਜਿੱਦੇ ਅਸੀਂ ਇਹ ਕਿਹਾ, ਮੈਂ ਕਿਹਾ ਵੀ ਇਹ ਵਪਾਰ ਵਾਹਗਾ ਬਾਰਡਰ ਰਾਹੀਂ ਹੋਣਾ ਚਾਹੀਦਾ ਹੈ, ਉਦੋਂ ਬੜੇ ਵੱਡੇ ਇਹਨਾਂ ਦੇ MP ਕਾਂਗਰਸੀਆਂ ਦੇ
ਅਕਾਲੀ, ਬੀਜੇਪੀ ਨੇ ਤਾਂ ਕਹਿਣਾ ਹੀ ਸੀ, ਆਪ ਵਾਲੇ ਐਲਓਪੀ ਨੇ ਕਿਹਾ ਵੀ ਇਹਨਾਂ ਨੇ ਐਂਟੀ ਨੈਸ਼ਨਲ ਬਿਆਨ ਦਿੱਤਾ ਹੈ, ਪ੍ਰੋ ਪਾਕਿਸਤਾਨ ਬਿਆਨ ਦਿੱਤਾ ਹੈ, ਵੀ ਲਾਂਘਾ ਜਿਹੜਾ ਵਪਾਰ ਹੈ ਬਾਘਾ ਬਾਰਡਰ ਰਾਹੀਂ ਜਾਂ ਸੁਲੇਮਾਨ ਕੀ ਬਾਰਡਰ ਰਾਹੀਂ ਜਾਂ ਹੁਸੈਨੀ ਵਾਲਾ ਰਾਹੀਂ ਹੋਵੇ, ਕਿਉਂਕਿ ਕਰਾਚੀ ਰਾਹੀਂ ਹੋ ਰਿਹਾ ਹੈ, ਇਹ ਕਿਹੜਾ ਪ੍ਰੋ ਪਾਕਿਸਤਾਨ ਬਿਆਨ ਹੈ ਬਈ? ਬਿਲਕੁਲ। ਜਾਂ ਤਾਂ ਉੱਥੇ ਵਪਾਰ ਨਾ ਹੋ ਰਿਹਾ ਹੋਵੇ। ਇਹ ਕਿਹੜਾ ਐਂਟੀ ਨੈਸ਼ਨਲ ਹੈ? ਇਹ ਐਂਟੀ ਨੈਸ਼ਨਲ ਕਿਵੇਂ ਹੋ ਗਿਆ? ਜੇ ਅਸੀਂ ਕਹਿੰਦਾ ਸਾਡਾ ਵਪਾਰ ਸਾਡੇ ਗੁਆਂਢੀ ਨਾਲ ਹੋਵੇ, ਕਿਉਂਕਿ ਤੁਸੀਂ ਦੂਜੇ ਰਸਤੇ ਕਰਨਾ, ਸਾਡੇ ਰਸਤੇ ਵੀ ਕਰ ਲਓ, ਸੜਕੀ ਰਸਤਾ ਸਾਡਾ, ਇਹ ਕਿਹੜੀ ਮਾੜੀ ਗੱਲ ਹੋ ਗਈ ਸੀ? ਇਹ ਸਾਰੇ ਬੋਲੀ ਨੇ, ਇਹਨਾਂ ਨੂੰ ਪੁੱਛ ਲਓ, ਆਪ ਵਾਲਿਆਂ ਨੂੰ ਪੁੱਛ ਲਓ ਵੀ ਤੁਹਾਡੇ ਐਲਓਪੀ ਨੇ ਬਿਆਨ ਦਿੱਤਾ, ਤੂੰ ਦੱਸ ਵੀ ਕਿਵੇਂ ਇਹ ਹੈ। ਇੱਕ ਬੜਾ ਪੰਜਾਬੀ ਦਾ ਅਖਬਾਰ ਬੜਾ ਪੜ੍ਹਿਆ ਜਾ ਰਿਹਾ ਹੈ, ਕਹਿੰਦੇ ਨੇ ਵੀ ਅਸੀਂ ਤਾਂ ਬੜੇ ਲੋਕ ਪੱਖੀਆਂ, ਉਹਨੇ ਹੈਡਲਾਈਨ ਇਹ ਲਾਤੀ, ਉਹਨੇ ਲਾਤਾ ਜੀ ਇਹਨੇ ਐਂਟੀ ਨੈਸ਼ਨਲ ਬਿਆਨ ਦਿੱਤਾ ਹੈ ਤੇ ਪ੍ਰੋ ਪਾਕਿਸਤਾਨ ਦਿੱਤਾ ਹੈ। ਮੈਂ ਉਹਨਾਂ ਨੂੰ ਲਿਖਿਆ ਵੀ ਮੈਨੂੰ ਦੱਸਦਾ ਦਿਓ ਕਿਹੜਾ ਬਿਆਨ ਇਹੋ ਜਿਹਾ। ਸੋ ਮੈਂ ਤਾਂ ਕਹਿਣਾ, ਜਿਹੜੀ ਗੱਲ ਤੇ ਆਪਾਂ ਦੂਜੇ ਪਾਸੇ ਨਾ ਜਾਈਏ, ਵੀ ਸਾਡੀਆਂ ਪਾਰਟੀਆਂ ਅੱਖਾਂ ਮੀਚ ਕੇ ਗੱਲ ਕਰਦੀਆਂ ਨੇ ਹਰੇਕ ਗੱਲ ਤੇ। ਡਾਕਟਰ ਸਾਹਿਬ, ਇਹੋ ਜਿਹੀ ਕਮਜ਼ੋਰੀ ਹੈ ਕਿ ਸਰਕਾਰਾਂ ਜਿਹੜੀਆਂ ਉਹ ਕੋਈ ਧੌਣ ਤੇ ਗੋਡਾ ਧਰ ਦਿੰਦਾ ਕੇਂਦਰ, ਕਿ ਇਹਨਾਂ ਨੂੰ ਤੁਸੀਂ ਆਪਣੇ ਸਾਰੇ ਅਧਿਕਾਰ ਦਿਓ, ਇਹ ਕਿਵੇਂ ਦਿੰਦੇ ਰਹੇ? ਇਹਨਾਂ ਦੇ ਆਪਦੇ ਲਾਲਚ ਨੇ, ਧੌਣ ਤੇ ਗੋਡਾ ਤਾਂ ਧਰਦੀ ਨੇ, ਧੌਣ ਤੇ ਗੋਡਾ ਉਹ ਇਸ ਕਰਕੇ ਧਰਦੇ ਨੇ ਕਿ ਇਹਨਾਂ ਨੂੰ ਪਤਾ ਵੀ ਗੋਡਾ ਧਰਾਣਗੇ। ਇਹਨਾਂ ਦੇ ਉੱਤੇ ਕੇਸ ਬਣੇ ਹੋਏ ਨੇ, ਉਹ ਕਹਿੰਦੇ ਚੰਗਾ ਈਡੀ ਦਾ ਡਰਾਵਾ ਆ ਕੱਟ ਨਹੀਂ ਦਿੱਤਾ ਸੀ ਕੈਪਟਨ ਦੇ ਮੁੰਡੇ ਦੇ ਉੱਤੇ, ਈਡੀ ਦਾ ਡਰਾਵਾ, ਆਪਦੇ ਮੀਡੀਆ ਰਾਹੀਂ ਇਹਨਾਂ ਦੀ ਬੇਇੱਜ਼ਤੀ ਕਰਨੀ, ਫਿਰ ਇਹਨਾਂ ਦੇ ਵਪਾਰ ਤੇ ਛਾਪੇ ਮਾਰਨੇ। ਇਹ ਵਪਾਰੀ ਨੇ ਸਾਰੇ। ਤੁਸੀਂ ਦੱਸੋ ਕਿਹੜਾ ਪੋਲੀਟੀਸ਼ੀਅਨ ਹੈ ਜਿਹੜਾ ਵਪਾਰ ਨਹੀਂ ਕਰ ਰਿਹਾ? ਇਹ ਵਪਾਰ ਕਰਦੇ ਨੇ, ਆਪਦੇ ਪਰਿਵਾਰ ਨੂੰ ਐਡਜਸਟ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਚੰਗਾ ਫਿਰ ਤੁਸੀਂ ਕਰਕੇ ਦਿਖਾਓ ਆਪਦੇ ਪਰਿਵਾਰ ਨੂੰ। ਸਮਝੋ ਤੁਸੀਂ, ਜਿੱਥੇ ਜਿਹੜਾ ਅੰਦੋਲਨ ਕਿਸਾਨਾਂ ਦਾ ਐਡਾ ਵੱਡਾ, ਜਿਹਨੇ ਕੱਖ ਨਹੀਂ ਹੋਰ ਕੁਝ ਕਰਨਾ ਲੋਕਾਂ ਵਾਸਤੇ ਕਰ ਰਿਹਾ, ਜੇ ਉਹਦੇ ਵਿੱਚ ਇੰਨੀਆਂ ਦਖਲਅੰਦਾਜ਼ੀਆਂ ਸਰਕਾਰ ਆਪਾਂ ਰੋਜ਼ ਦੇਖਦੇ ਹਾਂ ਕਰ ਰਹੀ ਹੈ ਆਪਦੀਆਂ ਏਜੰਸੀਆਂ ਰਾਹੀਂ, ਇਹ ਕਿਹਦੇ ਵਿਚਾਰੇ ਨੇ? ਇਹ ਤਾਂ ਮਿੰਟ 'ਚ ਜੀ ਧੌਣ ਤੇ ਗੋਡਾ ਰੱਖਣ ਦੀ ਲੋੜ ਹੀ ਨਹੀਂ। ਜਦ ਐਮਰਜੈਂਸੀ ਵੇਲੇ ਕਿਸੇ ਜੱਜ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੇ ਤਾਂ ਇਹਨਾਂ ਨੂੰ ਆਖਿਆ ਸੀ ਕਿ ਬੈਂਡ, ਝੁਕ ਜਾਓ, ਇਹ ਕਹਿੰਦੇ ਕੋਈ ਨਹੀਂ ਅਸੀਂ ਲੈਮੀਨੇਟ ਹੋ ਜਾਂਦੇ ਹਾਂ, ਕਰਾਲ, ਦੇ ਸਟਾਰਟਡ ਕਰਾਲਿੰਗ। ਹੁਣ ਅਕਾਲੀ ਵੀ ਹੈ, ਹੁਣ ਬੀਜੇਪੀ ਸਰਕਾਰ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਕਰਾਲ ਕਰੋ, ਉਹ ਕਹਿੰਦੇ ਜੀ ਟੋਏ 'ਚ ਦੱਬ ਦਿਓ ਸਾਨੂੰ, ਉੱਤੇ ਮਿੱਟੀ ਘੱਟ ਪਾਇਓ। ਇੱਥੇ ਤੱਕ ਖੜ ਗਏ ਇਹ ਆ ਕੇ। ਕਿਹੜੀ ਪਾਰਟੀ ਹੈ ਜਿਹਨੇ ਅੱਜ ਤੱਕ ਇਹਨਾਂ ਚੋਂ ਪਿਛਲੇ 30 ਸਾਲਾਂ 'ਚ, 15 ਸਾਲ ਕਾਂਗਰਸ ਦਾ ਰਾਜ ਰਿਹਾ, 15 ਸਾਲ ਅਕਾਲੀ ਬੀਜੇਪੀ ਰਿਹਾ, ਪਿਛਲੇ 30 ਸਾਲਾਂ 'ਚ ਇੱਕ ਦਿਨ ਇਹਨਾਂ ਨੇ ਕੇਂਦਰ ਨੂੰ ਕਿਹਾ ਹੋਵੇ ਵੀ ਸਾਡੇ ਹੱਕ ਨੇ ਤੇ ਤੁਸੀਂ ਇਹਨਾਂ ਦੇ ਛਾਪਾ ਨਹੀਂ ਮਾਰ ਸਕਦੇ, ਸਵਾਏ ਕਿ ਉਹ ਪਾਣੀਆਂ ਦਾ ਉਹ ਵੀ ਗਿਮਕ ਕਰਿਆ ਸੀ ਜਿਹੜਾ ਕੈਪਟਨ ਨੇ। ਚਲੋ ਮੰਨ ਲਓ ਵੀ ਉਹ ਚਲੋ ਮਾੜਾ ਮੋਟਾ ਅਸਰ ਰਿਹਾ ਵੀ 10-15 ਸਾਲ ਉਹਦੇ ਟਿਕਟ ਕਰ ਰਹੀ ਗੱਲ। ਆਹ ਹੁਣ ਕਿਸਾਨਾਂ ਦੇ ਅੰਦੋਲਨ 'ਚ ਪਾਣੀਆਂ ਦਾ ਝਗੜੇ ਅਗਲੇ ਨੇ ਕਹਿੰਦੇ ਜੀ ਤਾਂ ਬੀਜੇਪੀ ਨੇ ਜ਼ੋਰ ਲਾ ਲਿਆ ਪਾਣੀਆਂ ਦਾ ਮੁੱਦਾ ਉਠਾਉਣ ਦੀ, ਕਿਸੇ ਨੇ ਸੁਣੀ ਹੀ ਨਹੀਂ ਇਹਨਾਂ ਦੀ ਗੱਲ, ਉਹ ਫਰੀਦਾਬਾਦ ਧਰਨੇ। ਸੋ ਅਸਲੀ ਗੱਲ ਕਿੱਥੇ ਹੈ? ਕਿਉਂਕਿ ਕਿਸਾਨ ਅਸਲੀ ਅੰਦੋਲਨ ਕਰ ਰਹੇ ਹਨ ਤਾਂ ਹਰਿਆਣੇ ਦੇ ਕਿਸਾਨ ਨੂੰ ਵੀ ਸਮਝ ਆ ਗਿਆ, ਪੰਜਾਬ ਦੇ ਨੂੰ ਵੀ ਸਮਝ ਆ ਗਿਆ। ਇਹ ਕਰਦੇ ਨੇ ਬਹਾਨੇਬਾਜ਼ੀਆਂ, ਇਹ ਸਿਆਸਤ ਕਰਦੇ ਨੇ। ਸਸਤੀ ਸਿਆਸਤ ਤਾਂ ਹੋਣੀ ਚਾਹੀਦੀ ਹੈ, ਪਰ ਇਹ ਸਿਆਸਤ ਆਪਦੇ ਹਿੱਤਾਂ ਦੀ ਕਰਦੇ ਨੇ। ਇਸੇ ਕਰਕੇ ਇਹਨਾਂ ਚੋਂ ਕੋਈ ਬੰਦਾ ਅੱਜ ਕਾਂਗਰਸ 'ਚ ਹੈ, ਕੱਲ੍ਹ ਨੂੰ ਉਹ ਅਕਾਲੀਆਂ 'ਚ ਚਲੇ ਜਾਂਦਾ ਹੈ, ਪਰਸੋਂ ਨੂੰ ਉਹ ਆਪ 'ਚ ਚਲਿਆ ਜਾਂਦਾ ਹੈ, ਚੌਥੇ ਨੂੰ ਬੀਜੇਪੀ 'ਚ ਚਲਿਆ ਜਾਂਦਾ ਹੈ, ਪੰਜਵੇਂ ਨੂੰ ਫਿਰ ਕਾਂਗਰਸ 'ਚ ਆ ਜਾਂਦਾ ਹੈ। ਇਹਨਾਂ ਨੂੰ ਕੋਈ ਨਾ, ਇਹਨਾਂ ਨੂੰ ਕੋਈ ਝਿਜਕ ਹੈ, ਨਾ ਇਹਨਾਂ ਨੂੰ ਕੋਈ ਲੋਕਾਂ ਦੀ ਸ਼ਰਮ ਹੈ, ਨਾ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਕੋਈ ਐਂ ਲੱਗਦਾ ਹੈ, ਨਾ ਇਹਨਾਂ ਨੂੰ ਆਪਣੀ ਆਤਮਾ ਨੂੰ ਲੱਗਦਾ ਵੀ ਯਾਰ ਮੈਂ ਕੀ ਕਰੀ ਜਾਂਦਾ, ਕਿਉਂਕਿ ਅਸੂਲ ਤਾਂ ਕੋਈ ਹੈ ਨਹੀਂ। ਅਸੂਲ ਤਾਂ ਇੱਕੋ ਹੀ ਹੈ ਵੀ ਤਾਕਤ, ਬਿਲਕੁਲ, ਕਿ ਆਪਦਾ ਵਪਾਰ। ਸੋ ਜਿੱਥੋਂ ਤਾਕਤ ਤੇ ਵਪਾਰ ਪੂਰਾ ਹੁੰਦਾ ਹੈ ਉੱਥੇ ਚਲੇ ਜਾਂਦੇ ਨੇ। ਇੱਕ ਕਾਂਗਰਸ ਦਾ ਐਮਐਲਏ ਸੀ, ਬੜਾ ਯੰਗ ਸੀ, ਉਹ ਇੱਕ ਮੈਡੀਕਲ ਕਾਲਜ ਚਲਾਉਂਦਾ ਹੈ। ਉਹ ਜਦ ਅਕਾਲੀਆਂ ਦੀ ਸਰਕਾਰ ਆਈ, ਉਹਨੇ ਨਾਲ ਦੀ ਨਾਲ ਰਿਜ਼ਾਈਨ ਕਰਿਆ ਐਮਐਲਏਸ਼ਿਪ ਤੋਂ, ਅਕਾਲੀਆਂ 'ਚ ਰਲ ਗਿਆ, ਉਸੇ ਸੀਟ ਤੋਂ ਮੁੜ ਕੇ ਜਿੱਤ ਲਿਆ, ਅਕਾਲੀਆਂ ਦਾ ਐਮਐਲਏ ਬਣ ਗਿਆ। ਹੁਣ ਜਿਹੜਾ ਉਹਨੇ ਉੱਥੋਂ ਰਿਜ਼ਾਈਨ ਕਰਕੇ ਦੁਬਾਰਾ ਉੱਥੇ ਹੀ ਚੋਣ ਲੜ ਕੇ ਉੱਥੋਂ ਦਾ ਹੀ ਐਮਐਲਏ ਬਣਿਆ, ਲੋਕ ਕਹਿਣਗੇ ਜੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ। ਇਦੋਂ ਵੱਡਾ ਖਰਚਾ ਤੇ ਇਦੋਂ ਵੱਡੀ ਬਦੀਨਗੀ ਲੋਕਾਂ ਤੇ ਕੀ ਹੱਲ ਹੋਊਗੀ? ਬਿਲਕੁਲ। ਸੋ ਸਾਨੂੰ ਇਹ ਗੱਲਾਂ ਪੂਰੀ ਤਰ੍ਹਾਂ ਸਮਝਣ ਦੀ ਲੋੜ ਆ। ਅੱਜ ਤੁਸੀਂ ਪਾਰਟੀਆਂ ਨੂੰ ਦੇਖੋ ਕੀ ਕਰਦੀਆਂ ਨੇ। ਇੱਕ ਵੀ ਪਾਰਟੀ ਨੇ ਇਹ ਕਿਹਾ ਵੀ ਕੇਂਦਰ ਸਾਡੇ ਹੱਕਾਂ ਤੇ ਡਾਕਾ ਮਾਰਦਾ। ਆ ਚੋਣਾਂ ਆ ਰਹੀਆਂ ਨੇ 2022 ਦੀਆਂ, ਪੰਜਾਬ ਦੀਆਂ ਪਾਰਟੀਆਂ ਕਹਿ ਰਹੀਆਂ ਨੇ, ਬਿਲਕੁਲ ਨਹੀਂ ਕਹਿ ਰਹੀਆਂ। ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਪੰਜਾਬੀ ਨਾਲ ਸਾਡੇ ਨਾਲ ਧੱਕਾ ਕਰਤਾ ਜੀ, ਕੋਈ ਕਹਿੰਦਾ ਜੀ ਉਹ ਫਲਾਣਾ ਇਹ ਚੰਨੀ ਨੇ ਐਂ ਕਰਤਾ ਜੀ, ਕੋਈ ਕਹਿੰਦਾ ਸਿੱਧੂ ਨੇ ਐਂ ਕਰਤਾ ਜੀ, ਕੋਈ ਕਹਿੰਦਾ ਕਾਂਗਰਸ ਨੇ ਐਂ ਕਰਤਾ ਜੀ, ਕੋਈ ਕਹਿੰਦਾ ਅਕਾਲੀਆਂ ਨੇ ਆਹ ਕਰਤਾ ਜੀ, ਕੋਈ ਕਹਿੰਦਾ ਮਜੀਠੀਏ ਨੇ ਆਹ ਕਰਤਾ ਜੀ, ਕੋਈ ਕਹਿੰਦਾ ਆਪ ਵਾਲਿਆਂ ਨੇ ਐਂ ਕਰਤਾ ਜੀ, ਕੋਈ ਕਹਿੰਦਾ ਇਹਨਾਂ ਦਾ ਐਲਓਪੀ ਇਹੋ ਜਿਹਾ ਜੀ।
ਕਦੇ ਕਿਸੇ ਨੇ ਇਹ ਕਿਹਾ ਵੀ ਕੇਂਦਰ ਸਾਡੇ ਤੇ ਛਾਪਾ ਮਾਰ ਰਿਹਾ ਹੈ ਤੇ ਆਓ ਆਪਾਂ ਰਲ ਕੇ ਇਸ ਗੱਲ ਦਾ ਪਹਿਲਾਂ ਵਿਰੋਧ ਕਰ ਲਈਏ? ਦੱਸੋ, ਇੱਕ ਦਿਖਾ ਦਿਓ। ਅਗਲਾ, ਇਹਨਾਂ ਦੇ ਮੈਨੀਫੈਸਟੋ ਆਉਣੇ ਨੇ, ਕਿਸੇ ਦੇ ਮੈਨੀਫੈਸਟੋ 'ਚ ਪਿਛਲੇ 30 ਸਾਲਾਂ 'ਚ ਦਿਖਾ ਦਿਓ, ਹੁਣ ਦਿਖਾ ਦਿਓ ਜੇ ਇੱਕ ਲਾਈਨ ਪਾਈ ਹੋਵੇ ਕਿ ਅਸੀਂ ਕੇਂਦਰ ਤੋਂ ਜਿਹੜੇ ਸੰਵਿਧਾਨ ਦੇ ਮੁਤਾਬਕ, ਮੈਂ ਨਹੀਂ ਕਹਿੰਦਾ ਕੋਈ, ਮੈਂ ਇੱਥੇ ਆਟੋਨਮੀ ਦੀ ਗੱਲ ਨਹੀਂ ਕਰ ਰਿਹਾ, ਵੀ ਜਿਹੜੇ ਸਾਨੂੰ ਸੰਵਿਧਾਨ 'ਚ ਹੱਕ ਮਿਲੇ ਹੋਏ ਸੀ ਉਹ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣੇ, ਜਿਹੜੇ ਇਹਨਾਂ ਨੇ ਖੋਲੇ ਉਹ ਵਾਪਸ ਲੈਣੇ ਨੇ। ਇੱਕ ਲਾਈਨ ਦਿਖਾ ਦਿਓ, ਤੌਰ ਤਰੀਕੇ ਤੋਂ ਉਹਦੀ ਗੱਲ ਹੀ ਛੱਡੋ। ਫਿਰ ਅਸੀਂ ਕਿਵੇਂ ਮੰਨੀਏ ਕਿ ਸਾਡਾ ਸਿਆਸਤਦਾਨ ਹੈ ਜਿਹੜਾ ਉਹ ਇਸ ਗੱਲ ਤੇ ਸਿਰਜਦਾ ਕਿ ਪੰਜਾਬ ਦਾ ਫਾਇਦਾ ਹੋਵੇ, ਉਹ ਇਸ ਗੱਲ ਤੇ ਸਿਰਜਦਾ ਕਿ ਮੈਂ ਤਾਕਤ ਚਾਹਾਂ। ਬਿਲਕੁਲ, ਉਹ ਸਿਰਜਦੇ ਇਸ ਗੱਲ ਤੇ ਨਹੀਂ ਹੈ, ਉਸ ਇਸ ਗੱਲ ਤੇ ਸਿਰਜਦਾ ਮੇਰਾ ਪਰਿਵਾਰ ਪਲੇ, ਮੇਰਾ ਵਪਾਰ ਵਧੇ, ਮੈਂ ਤਾਕਤ ਚਾਹਾਂ। ਉਹ ਸਿਰਜਤਾ ਵਾਸਤੇ ਉਹ ਮੋਦੀ ਦੇ ਵੀ ਥੱਲੇ ਲੱਗਣ ਨੂੰ ਤਿਆਰ ਹੈ, ਉਹ ਆਪਣੀ ਪਾਰਟੀ ਦੇ ਲੀਡਰ ਦੇ ਵੀ ਥੱਲੇ ਲੱਗਣ ਨੂੰ ਤਿਆਰ ਹੈ। ਬਿਲਕੁਲ, ਜਿੱਦਾਂ ਉਹ ਇਹਦਾ ਪੂਰਾ ਨਹੀਂ ਕਰਦੇ ਤੇ ਅੱਗੋਂ ਉਹਨੂੰ ਲੱਗਦਾ ਵੀ ਮੇਰੇ ਤੇ ਐਡੀ ਛੇਤੀ ਕੇਸ ਵੀ ਬਣਾਉਣ ਤੋਂ ਡਰਨਗੇ ਇਹ, ਉਹਦੇ ਟਪੂਸੀ ਮਰ ਜਾਂਦਾ, ਕਿਉਂਕਿ ਉਹ ਦੂਜੇ ਵੀ ਉਹੀ ਜੀ ਨੇ। ਬਿਲਕੁਲ। ਸੋ ਇਸ ਕਰਕੇ ਇਹ ਗੱਲ ਨੂੰ ਆਪਾਂ ਸਮਝੀਏ। ਪਿਛਲੇ ਸਮੇਂ ਦੇ ਵਿੱਚ ਇੱਕ ਲੀਡਰ, ਮੈਨੂੰ ਬੜਾ ਅਫਸੋਸ ਹੋਇਆ, ਡੈਥ ਹੋ ਗਈ ਉਹਨਾਂ ਦੀ, ਚੰਗੇ ਸੀਗੇ ਅਕਾਲੀ ਦਲ ਦੇ ਲੀਡਰ। ਪਹਿਲਾਂ ਉਹਨਾਂ ਨੇ ਆਪਦੀ ਵੱਖਰੀ ਪਾਰਟੀ ਬਣਾ ਲਈ, ਫਿਰ ਉਹਦੇ ਵਿੱਚ ਉਹ ਇੱਕ ਹੋਰ ਰਲ ਗਏ ਸੀ, ਮਿਲਗੋਬਾ ਜਿਹਾ ਬਣਾ ਲਿਆ, ਫਿਰ ਉਹਦੇ 'ਚ ਵੀ ਟੁੱਟ ਭੱਜ ਹੋ ਗਈ, ਫਿਰ ਉਹ ਆਪ 'ਚ ਛੜੇ ਗਏ ਤੇ ਉਹ ਹੁਣ ਤਾਂ ਡੈਥ ਹੋ ਗਈ। ਹਾਲਾਂਕਿ ਉਹ ਚੰਗਾ ਲੀਡਰ ਸੀ, ਨੇਕ ਇਨਸਾਨ ਸੀ। ਸੋ ਕਈ ਵਾਰੀ ਜਿਹੜੀ ਸਾਡੀ ਸਿਆਸਤ ਇੰਨੀ ਗੰਦਰੀ ਹੋ ਗਈ, ਇਹਨੂੰ ਠੀਕ ਕਰਨ ਵਾਸਤੇ ਕਿਸਾਨੀ ਅੰਦੋਲਨ ਤਾਂ ਕਿਉਂ ਸਾਰੇ ਤਰਵਕਦੇ ਨੇ, ਕਿਉਂ ਕਾਂਗਰਸੀ ਵੀ, ਅਕਾਲੀ ਵੀ, ਬੀਜੇਪੀ ਵੀ, ਉਹ ਕਹਿੰਦੇ ਨੇ ਭਾਈ ਤੁਸੀਂ ਪਿੰਡਾਂ 'ਚ ਅਸੀਂ ਏਕਾ ਕਾਇਮ ਕਰਿਆ ਹੈ, ਤੁਸੀਂ ਇਹਨੂੰ ਤੋੜਨ ਨਾ ਦਿਓ। ਤੁਸੀਂ ਕਾਹਦੇ ਵਾਸਤੇ ਰੈਲੀਆਂ ਕਰਨੀਆਂ, ਅੱਗੇ ਕਿਹੜਾ ਤੁਸੀਂ ਕਰਦੇ ਹੋ, ਜਾਂ ਚੋਣ ਐਲਾਨ ਹੋ ਜਾਊ ਉਦੋਂ ਕਰ ਲਿਓ। ਉਹ ਸਾਰੇ ਪੰਗਾ ਲੈ ਕੇ ਕਹਿੰਦੇ ਵੀ ਇਸ ਤਾਂ ਕਰਾਂਗੇ, ਕਿਉਂ? ਕਿਉਂਕਿ ਉਹ ਚਾਹੁੰਦੇ ਨਹੀਂ ਵੀ ਲੋਕਾਂ ਦਾ ਏਕਾ ਹੋਵੇ। ਕੱਲ ਮੈਨੂੰ ਕੋਈ ਪੁੱਛ ਰਿਹਾ ਸੀ ਕਿ ਜੀ ਪੰਚਾਇਤ ਰਾਜ 'ਚ ਕਿਵੇਂ ਇਹ ਤਾਕਤਾਂ ਦੀ, ਹੁਣ ਇਹ ਕੇਂਦਰ ਤੋਂ ਕਿਉਂ ਨਹੀਂ ਮੰਗਦੇ ਤਾਕਤਾਂ? ਇਹ ਆਪ ਕਿਹੜਾ ਥੱਲੇ ਦਿੰਦੇ ਨੇ? ਕਿਹੜਾ ਜ਼ਿਲ੍ਹਾ ਪ੍ਰੀਸ਼ਦ, ਜਿਹਨੂੰ ਜ਼ਿਲ੍ਹਾ ਪ੍ਰੀਸ਼ਦ ਵਾਲੀਆਂ ਤਾਕਤਾਂ ਮਿਲੀਆਂ ਹੋਣ, ਕਿਹੜੀ ਬਲਾਕ ਸੰਮਤੀ ਹੈ ਜਿਹਨੂੰ ਬਲਾਕ ਸੰਮਤੀ ਵਾਲੀਆਂ ਮਿਲੀਆਂ ਹੋਣ ਜੋ ਕਾਨੂੰਨ 'ਚ ਲਿਖੀਆਂ ਨੇ, ਕਿਹੜੀ ਪੰਚਾਇਤ ਹੈ ਜਾਂ ਮਿਊਨਿਸਪਲ ਕਮੇਟੀ ਹੈ ਜਿਹਨੂੰ ਉਹਦੀਆਂ ਤਾਕਤਾਂ ਮਿਲੀਆਂ ਹੋਣ? ਫੈਸਲੇ ਤਾਂ ਸਰਕਾਰ ਕਰਦੀ ਹੈ। ਅਗਲੀ ਗੱਲ, ਪੰਜਾਬ 'ਚ ਤਾਂ ਇੱਕ ਹੋਰ ਜੱਗੋਂ ਤੇਰਵੀਂ ਕਰੀ ਹੋਈ ਇਹਨਾਂ ਸਾਰੀਆਂ ਪਾਰਟੀਆਂ ਨੇ। ਕਿਸੇ ਇਲਾਕੇ ਦੇ ਵਿੱਚ, ਕਿਸੇ ਹਲਕੇ ਦੇ ਵਿੱਚ ਜੇ ਚੁਣਿਆ ਹੋਇਆ ਨੁਮਾਇੰਦਾ ਵਿਰੋਧੀ ਪਾਰਟੀ ਦਾ ਹੈ, ਜੋ ਅਕਾਲੀ ਬੀਜੇਪੀ ਸਰਕਾਰ ਵੇਲੇ ਕਾਂਗਰਸੀਆਂ ਦਾ ਸੀ ਜਾਂ ਆਪ ਦਾ ਸੀ, ਜਾਂ ਕਾਂਗਰਸ ਦੀ ਸਰਕਾਰ ਵੇਲੇ ਅਕਾਲੀ ਬੀਜੇਪੀ ਜਾਂ ਆਪ ਦਾ ਹੈ, ਉਹਦੀ ਕੋਈ ਗੱਲ ਸੁਣਦਾ ਹੀ ਨਹੀਂ। ਉੱਥੇ ਹਲਕਿਆਂ ਇੰਚਾਰਜ ਲਾਏ ਹੋਏ ਨੇ, ਉਹ ਇੰਚਾਰਜ ਕੰਮ ਕਰਾਉਂਦਾ ਲੋਕਾਂ ਦੇ। ਇਹਦਾ ਮਤਲਬ ਸੰਵਿਧਾਨ ਤਾਂ ਤੋੜਤਾ ਇਹਨਾਂ ਨੇ। ਇਹ ਪਾਰਟੀਆਂ ਜਿਹੜੀਆਂ ਸ਼ਰੇਆਮ ਸੰਵਿਧਾਨ ਨੂੰ ਤੋੜਦੀਆਂ ਨੇ, ਹਲਕਾ ਇੰਚਾਰਜ ਲਾ ਕੇ, ਗ੍ਰਾਂਟਾਂ ਉਹਦੇ ਰਾਹੀਂ ਬਣਦੀਆਂ ਨੇ। ਗ੍ਰਾਂਟਾਂ ਉਹ ਹਲਕਾ ਇੰਚਾਰਜ ਦੀਆਂ ਨੇ ਜਾਂ ਪਾਰਟੀ ਦੀਆਂ ਨੇ? ਸਰਕਾਰ ਦੀਆਂ ਨੇ। ਸਰਕਾਰ ਦੇ ਚਾਹੇ ਵਿਰੋਧੀ ਐਮਐਲਏ ਹੈ ਜਾਂ ਤਾਂ ਮੁੱਖ ਮੰਤਰੀ ਜਾ ਕੇ ਵੰਡੇ, ਕੋਈ ਮੰਤਰੀ ਵੰਡੇ ਆਪਾਂ ਮੰਨ ਲੈਂਦੇ ਹਾਂ। ਜੇ ਐਮਐਲਏ ਨੇ ਵੰਡਣੀਆਂ ਤਾਂ ਫਿਰ ਜਿਹੜਾ ਚੁਣਿਆ ਹੋਇਆ ਐਮਐਲਏ ਉਹ ਵੰਡੇ। ਬਿਲਕੁਲ, ਆਪਾਂ ਸਮਝੀਏ, ਜਾਂ ਫਿਰ ਕੋਈ ਸਰਕਾਰੀ ਅਧਿਕਾਰੀ ਦੇ ਰਾਹੀਂ ਦੇਣ। ਇਸ ਗੱਲ ਦਾ ਸੁਨੇਹਾ ਸਾਫ਼ ਸਮਝੀਏ ਕਿ ਕੇਂਦਰ ਦੇ ਵਿੱਚ ਭਾਵੇਂ ਬੀਜੇਪੀ ਹੋਵੇ, ਭਾਵੇਂ ਕੇਂਦਰ 'ਚ ਕਾਂਗਰਸ ਹੋਵੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਕੇਂਦਰ 'ਚ ਕੋਈ ਵੀ ਹੋਵੇ, ਉਹ ਨਹੀਂ ਚਾਹੁੰਦੀ ਕਿ ਜਿਹੜੇ ਸੂਬੇ ਨੇ ਉਹ ਆਪਣੇ ਖੁਦ ਮੁਖਤਿਆਰ ਹੋ ਕੇ ਚੱਲਣ। ਉਹ ਸਿਰਫ ਇੱਕ ਕਠਪੁਤਲੀ ਵਾਂਗੂ ਕੰਮ ਲੈਂਦੇ ਨੇ ਲੀਡਰਾਂ ਦੇ ਕੋਲੋਂ, ਉਸੇ ਤਰ੍ਹਾਂ ਹੀ ਲੈਣਾ ਚਾਹੁੰਦੇ ਨੇ। ਕਦੇ ਹੋ ਸਕਦਾ ਹੈ ਕਿ ਸੂਬੇ ਖੁਦ ਮੁਖਤਿਆਰ ਹੋ ਕੇ ਆਪਣਾ ਕੰਮ ਕਰ ਸਕਦੇ ਨੇ? ਨਹੀਂ, ਫਿਰ ਉਹੀ ਗੱਲ, ਤੁਸੀਂ ਦੋਨਾਂ ਨੂੰ ਫਿਰ ਬਰਾਬਰ ਪੇਸ਼ ਕਰਦੇ ਹੋ ਜੀ। ਦੋਨੇ ਬਰਾਬਰ ਨਹੀਂ ਹੈਗੇ। ਇਹ ਮੰਨਣ ਵਾਲੀ ਗੱਲ ਹੈ ਵੀ ਕੇਂਦਰ ਦੀਆਂ ਸਰਕਾਰਾਂ ਸੂਬਿਆਂ ਦੇ ਅਧਿਕਾਰ ਖੋਣਾ ਚਾਹੁੰਦੀਆਂ ਨੇ, ਉਹ ਖੋਹਣੀਆਂ ਆਈਆਂ ਨੇ, ਪਰ ਸਵਾਲ ਹੈ ਸਪੀਡ ਕਿੰਨੀ ਹੈ। 7 ਸਾਲਾਂ 'ਚ ਜੋ ਸਪੀਡ ਹੋਈ ਹੈ, ਮੈਂ ਤੁਹਾਨੂੰ ਕਰਜ਼ਾ ਗਿਣਾ ਕੇ ਦੱਸਦਾ ਵੀ ਜਿਹੜਾ 1 ਲੱਖ ਕਰੋੜ ਸੀ ਉਹ 3 ਲੱਖ ਕਰੋੜ ਹੋਣ ਦੇ ਕਿਨਾਰੇ ਹੈ 7 ਸਾਲਾਂ 'ਚ। ਪਹਿਲਾਂ 14 ਸਾਲਾਂ 'ਚ 1 ਲੱਖ ਕਰੋੜ ਹੋਇਆ। ਇਹ ਕੋਈ ਫਰਕ ਨਹੀਂ, ਕਿਉਂਕਿ ਪੈਸੇ ਖੋਲੇ ਸਾਡੇ, ਇਹਨਾਂ ਨੇ ਜ਼ਿਆਦਾ ਖੋਹੇ ਨੇ ਨਾ। ਫਿਰ ਜਿਹੜਾ ਇੰਟਰਸਟ ਟੈਸਟ ਨੇ ਉਹ ਇਹਨਾਂ ਨੇ ਕਰੇ ਨੇ ਨਾ। ਜਿਹੜੀ ਕੇਂਦਰ ਸਰਕਾਰ, ਯੂਪੀਏ ਸਰਕਾਰ ਸੀ ਜਾਂ ਕਹਿ ਦਿਓ ਕਾਂਗਰਸ ਦੀ ਸਰਕਾਰ ਸੀ 86 ਵੇਲੇ, ਉਹਨੇ ਵੀ ਨਿਊ ਐਜੂਕੇਸ਼ਨ ਪਾਲਿਸੀ ਬਣਾਈ ਸੀ ਉਦੋਂ। ਉਹਨੇ ਤਾਂ ਸਾਡੇ ਅਧਿਕਾਰ ਨਹੀਂ ਨਾ ਖੋਹੇ ਵੀ ਤੁਸੀਂ ਸਿਲੇਬਸ, ਤੁਸੀਂ ਹੋਰ ਚੀਜ਼ ਆਪ ਨਹੀਂ ਤੈਅ ਕਰੋਗੇ। ਇਹਨੇ ਤਾਂ ਸਭ ਕੁਝ ਹੀ ਤੈਅ ਕਰ ਲਿਆ। ਇਵਨ ਭਾਸ਼ਾ ਦੇ, ਤੁਸੀਂ ਪੜ੍ਹਾਈ ਕਿਹੜੀ ਭਾਸ਼ਾ 'ਚ ਹੋ, ਮੱਧਮ ਕੀ ਹੋ, ਉਹ ਵੀ ਖੋਲਿਆ। ਵਿਸ਼ੇ ਕਿਹੜੇ ਪੜਾਓਗੇ ਉਹ ਵੀ ਖੋਲੇ। ਡਾਕਟਰ ਸਾਹਿਬ, ਮੋਟਿਵ ਤਾਂ ਇੱਕ ਹੋਇਆ ਨਾ, ਭਾਵੇਂ ਕੋਈ ਤੇਜ਼ ਰਫ਼ਤਾਰ ਨਾਲ ਕਰੇ, ਭਾਵੇਂ ਹੌਲੀ ਹੌਲੀ ਜਿਹੜਾ ਉਹ ਟੀਕਾ ਲਾਏ। ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਕਿ ਕਰਨਾ ਤਾਂ ਉਹੀ ਕੰਮ ਹੈ। ਅੱਜ ਕਰ ਲਓ, ਭਾਵੇਂ 10 ਸਾਲਾਂ ਨੂੰ ਕਰ ਲਓ, ਭਾਵੇਂ 20 ਨੂੰ ਕਰ ਲਓ। ਇਹਦਾ ਜਵਾਬ ਕਲੀਅਰ ਕਰੋ।
ਨਹੀਂ, ਇਹਨਾਂ ਦੋਹਾਂ ਗੱਲਾਂ ਨੂੰ ਤੁਸੀਂ ਜੇ ਇਹੀ ਕਹੋਗੇ ਫਿਰ ਤਾਂ ਉਹੀ ਗੱਲ ਹੈ ਜਿਹੜੇ ਆਮ ਬੰਦੇ ਕਹਿੰਦੇ ਜਿਹੜਾ ਸਾਡਾ ਸੋ ਕਾਲਡ ਕਾਨੂੰਨ ਕਹਿੰਦਾ ਵੀ 1 ਰੁਪਏ ਇੱਕ ਬੰਦਾ 5 ਰੁਪਏ ਲੈਂਦਾ ਫੜਿਆ ਗਿਆ ਉਹਨੂੰ ਵੀ ਓਡੀ ਸਜ਼ਾ, ਇੱਕ ਬੰਦਾ 5 ਕਰੋੜ ਲੈਂਦਾ ਫੜਿਆ ਗਿਆ ਉਹਨੂੰ ਵੀ ਓਡੀ ਸਜ਼ਾ। ਫਿਰ ਤਾਂ ਇਹ ਜਿਹਾ ਕੋਈ ਜਿਹੜਾ ਕਹਿ ਦਿੰਦੇ ਨੇ ਇਹ ਮੈਂ ਵੀ ਕਾਲੀ 'ਚ ਭੇਡ ਵੀ ਕਾਲੀ ਵਾਲੀ ਗੱਲ ਨਹੀਂ ਹੈ। ਮੈਂ ਆਈ ਡਿਫਰ ਔਨ ਦਿਸ ਇਸ਼ੂ, ਆਈ ਬੈਗ ਟੂ ਡਿਫਰ ਔਨ ਦਿਸ ਇਸ਼ੂ। ਮੇਰਾ 'ਚ ਮਤਭੇਦ ਹੈ। ਸੂਬਿਆਂ ਦੇ ਅਧਿਕਾਰ ਕੇਂਦਰ ਸਰਕਾਰਾਂ ਖੋਹਦੀਆਂ ਨੇ ਤੇ ਸੂਬਿਆਂ ਨੂੰ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਇੱਕ ਸਰਕਾਰ ਹੌਲੀ ਹੌਲੀ ਖੋ ਰਹੀ ਹੈ, ਇੱਕ ਬਹੁਤ ਤੇਜ਼ੀ ਨਾਲ ਖੋ ਰਹੀ ਹੈ, ਸਭ ਕੁਝ ਹੀ ਖੋ ਰਹੀ ਹੈ, ਤੁਹਾਨੂੰ ਜਮਾ ਹੀ ਨੰਗ ਬਣਾ ਰਹੀ ਹੈ। ਇੱਕ ਬੰਦਾ ਇਹ ਹੈ ਕਿ ਤੁਹਾਡੇ ਘਰੋਂ ਕੋਈ ਚੀਜ਼ ਲੈ ਕੇ ਜਾਂਦਾ, ਇੱਕ ਬੰਦਾ ਤੁਹਾਨੂੰ ਘਰੋਂ ਕੱਢ ਰਿਹਾ, ਦੋਹਾਂ 'ਚ ਕੋਈ ਫਰਕ ਨਹੀਂ। ਬਿਲਕੁਲ। ਤੁਸੀਂ ਇਸ ਨੂੰ ਜਿੰਨਾ ਚਿਰ ਅਸੀਂ ਇਸ ਨੂੰ ਡਿਫਰੈਂਸ਼ੀਏਟ ਨਹੀਂ ਕਰਾਂਗੇ। ਦੂਜੀ ਗੱਲ, ਉਹ ਸਰਕਾਰਾਂ ਸਾਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਦੇ ਨਾਂ ਤੇ ਓਡਾ ਵੱਡਾ ਨਹੀਂ ਬਣਦੀਆਂ, ਵੰਡੀਆਂ ਤਾਂ ਉਹ ਵੀ ਸੀਗੀਆਂ। ਤੁਹਾਡੇ ਖਿਆਲ 'ਚ ਕਾਂਗਰਸ ਬੜੀ ਭਲੇ ਮਾਨਸ ਸੀ, ਕਾਂਗਰਸ ਵੀ ਲੋਕਾਂ ਨੂੰ ਵੰਡਦੀ ਸੀ, ਪਰ ਜਿਵੇਂ ਇਹਨਾਂ ਨੇ ਵੰਡ ਕੇ ਵੀ ਲੋਕਾਂ ਦੀਆਂ ਰਸੋਈਆਂ 'ਚ ਝਾਕਣਾ ਸ਼ੁਰੂ ਕਰਤਾ, ਉਦਾਂ ਤਾਂ ਨਹੀਂ ਨਾ ਹੋਇਆ ਸੀ। ਇਹਨਾਂ ਨੇ ਜਿਵੇਂ ਲੋਕਾਂ ਨੂੰ ਭੀੜ ਤੰਤਰ ਬਣਾ ਕੇ ਮਾਰਨਾ ਸ਼ੁਰੂ ਕਰਤਾ, ਇੰਨਾ ਜ਼ਿਆਦਾ ਨਹੀਂ ਹੋਇਆ ਸੀ। 84 'ਚ ਜੋ ਹੋਇਆ ਬਹੁਤ ਮਾੜਾ ਹੋਇਆ। 84 ਤੋਂ ਬਾਅਦ ਇਹਨਾਂ ਨੂੰ ਤਾਂ ਰੋਜ਼ ਹੀ, ਇਹ ਤਾਂ ਜਦ ਤਾਕਤ 'ਚ ਨਹੀਂ ਹੁੰਦੇ ਤਾਂ ਵੀ ਇਹੀ ਕਰਦੇ ਨੇ। ਸੋ ਆਪਾਂ ਨੂੰ ਦੋਹਾਂ ਗੱਲਾਂ ਨੂੰ, ਫਰਕ ਨੂੰ ਸਮਝਣਾ ਪਏਗਾ। ਪਰ ਫਰਕ ਸਮਝਦੇ ਹੋਏ ਨਾਲ ਦੀ ਨਾਲ ਇਹ ਵੀ ਨਹੀਂ ਕਹਿ ਸਕਦਾ ਕੋਈ ਵੀ ਨਹੀਂ ਕਾਂਗਰਸ ਬੜੀ ਚੰਗੀ ਸੀ, ਇਹ ਬੜੇ ਮਾੜੇ ਨੇ। ਬਿਲਕੁਲ ਮਾੜੇ ਤਾਂ ਦੋ ਹੀ ਨੇ, ਚੰਗਾ ਕੋਈ ਨਹੀਂ ਦੋਹਾਂ ਚੋਂ, ਪਰ ਇੱਕ ਬਹੁਤਾ ਮਾੜਾ ਹੈ। ਇਹ ਫਰਕ ਸਮਝ ਤੋਂ ਬਿਨਾ ਆਪਾਂ ਗੜਬੜ ਕਰ ਜਾਵਾਂਗੇ। ਪ੍ਰੋਫੈਸਰ ਡਾਕਟਰ ਸਾਹਿਬ, ਇੱਕ ਹੋਰ ਇਹਦੇ ਵਿੱਚ ਜਦੋਂ ਮੁੱਦਿਆਂ ਦੀ ਸਿਆਸਤ ਦੀ ਗੱਲ ਹੁੰਦੀ ਆ, ਮੈਂ ਪੜ੍ਹ ਰਿਹਾ ਸੀ ਕਿ ਯੂਪੀ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਹੋਣੀ, ਕਾਂਗਰਸ ਜਿਹੜੀ ਉਹ ਕਾਫੀ ਤੇਜ਼ੀ ਦੇ ਨਾਲ ਉੱਥੇ ਵਰਕ ਕਰ ਰਹੀ ਆ। ਉਹ ਕਹਿੰਦੇ ਕਿ ਉੱਥੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿੰਦਾ। ਇੱਧਰ ਪੰਜਾਬ ਦੇ ਵਿੱਚ ਉਹਨਾਂ ਵਾਅਦਿਆਂ ਦੇ ਉੱਤੇ ਕੋਈ ਬੋਲਣ ਨੂੰ ਤਿਆਰ ਨਹੀਂ, ਉਹਨਾਂ ਮੁੱਦਿਆਂ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਨ੍ਹਾਂ ਤੇ ਸਰਕਾਰ ਬਣੀ ਸੀ। ਕੀ ਸਮਝਦੇ ਹੋ ਇਸ ਚੀਜ਼ ਨੂੰ? ਦੇਖੋ, ਪਹਿਲੀ ਗੱਲ ਤਾਂ ਮੁੱਦਿਆਂ ਤੇ ਲੜਾਈ ਕਰਨੀ ਚਾਹੀਦੀ ਹੈ, ਵਾਅਦਿਆਂ ਤੇ ਨਹੀਂ। ਦੂਜੀ ਗੱਲ ਇਹ ਹੈ ਵੀ ਜੇ ਕਰਜ਼ਾ ਵੈਸੇ ਹੀ ਪੂਰੇ ਮੁਲਕ ਦਾ ਵੀ ਮਾਫ ਕਰਨਾ ਹੋਵੇ, ਜਿੰਨਾ 5-6 ਲੱਖ ਕਰੋੜ ਦਾ ਇਹ ਵੱਡੇ ਧੰਨਾ ਜਿਹੜੇ ਹੈਗੇ ਨੇ ਅੰਬਾਨੀ ਅਡਾਨੀ ਵੱਡੇ ਕਾਰਪੋਰੇਟ ਦੇਸੀ ਵਿਦੇਸੀ, ਉਹਨਾਂ ਨੂੰ 5 ਲੱਖ ਕਰੋੜ ਦੀ ਟੈਕਸਾਂ 'ਚ ਹਰ ਸਾਲ ਸਬਸਿਡੀ ਦਿੰਦੇ ਨੇ। ਐਤਕੀ ਸੀਤਾਰਮਨ ਨੇ ਕਾਰਪੋਰੇਟ ਟੈਕਸ ਹੋਰ ਘਟਾਤਾ, 32 ਤੋਂ ਸ਼ਾਇਦ 25 ਕਰਤਾ। ਤੇ ਜੇ ਓਡੀ ਵੱਡੀ ਸਬਸਿਡੀ ਦਿੰਦੇ ਨੇ, ਜੇ 1 ਸਾਲ ਦੀ ਜਿੰਨੀ ਸਬਸਿਡੀ ਦਿੰਦੇ ਉਹਨਾਂ ਸਾਰਾ ਕਰਜ਼ਾ ਲੋਕਾਂ ਜੁਮੇ, ਕੋਈ ਖਾਸ ਗੱਲ ਨਹੀਂ ਜੇ ਮਾਫ ਕਰਦੇ ਨੇ। ਪਰ ਨਹੀਂ ਕਰਨਗੇ, ਉਦੋਂ ਜ਼ਿਆਦਾ ਉਹ ਪੈਸਾ ਮਾਰ ਕੇ ਭੱਜ ਜਾਂਦੇ ਨੇ। ਬੈਂਕਾਂ ਨੂੰ ਹਰ ਸਾਲ ਇਹ 2 ਲੱਖ ਕਰੋੜ ਬੈਂਕਾਂ ਨੂੰ ਦਿੰਦੇ ਨੇ, ਕਿਉਂਕਿ ਉਹ ਮਾਰ ਕੇ ਭੱਜ ਜਾਂਦੇ ਨੇ। ਕਦੇ ਤੁਸੀਂ ਸੁਣਿਆ ਵੀ ਸਧਾਰਨ ਬੰਦੇ ਨੇ ਪੈਸੇ ਮਾਰੇ ਹੋਣ ਤੇ ਉਹਨੂੰ ਛੱਡਤਾ ਹੋਵੇ ਸਰਕਾਰ ਨੇ? ਲੋਕਾਂ ਨੇ ਤਾਂ ਜ਼ਮੀਨਾਂ ਕੁਰ ਕਰ ਲੈਂਦੇ ਨੇ, ਬੰਦਿਆਂ ਨੂੰ ਅੰਦਰ ਬਿਠਾ ਲੈਂਦੇ ਨੇ ਉਹੀ ਬੈਂਕ, ਪਰ ਉਹ ਬੈਂਕ ਦੂਜਿਆਂ ਨੂੰ ਤਾਂ ਪੁੱਛਦੇ ਨਹੀਂ, ਕਿਉਂਕਿ ਸਰਕਾਰ ਦੀ ਮਿਲੀ ਭੁਗਤ ਹੈ। ਆਪਾਂ ਇਹ ਦੋਹਾਂ ਨੂੰ, ਹੁਣ ਕੋਈ ਕਹੇ ਦੇਖੋ ਜੀ ਕਿਸਾਨ ਨੇ ਵੀ ਕਰਜ਼ਾ ਮਾਰ ਲਿਆ, ਇੱਕ ਕਿਸਾਨ ਨੇ ਮੰਨ ਲਓ ਵੀ 5 ਲੱਖ 10 ਲੱਖ ਰੁਪਇਆ ਨਹੀਂ ਦਿੱਤਾ ਵਾਪਸ, ਤੇ ਉਹ ਕਹੇ ਜੀ ਅੰਬਾਨੀ ਨੇ ਮਾਰ ਲਿਆ, ਫਿਰ ਕੀ ਹੋ ਗਿਆ? ਉਹ ਜਿਹੜਾ 75,000 ਕਰੋੜ ਮਾਰਦਾ ਉਹਨੂੰ ਤੁਸੀਂ 10 ਲੱਖ ਲੈਣਾ ਲਾ ਦਿੰਦੇ ਹੋ। ਆਪਾਂ ਨੂੰ ਜਿੰਨਾ ਚਿਰ ਇਹੀ ਮੈਂ ਕਹਾਂਗਾ, ਇਸ ਨੂੰ ਇਹ ਤੌਰ ਤਰੀਕਾ ਪੜ੍ਹੇ ਲਿਖਿਆ ਦਾ ਵੀ ਹਰੇਕ ਹੀ ਆਈ ਆ ਜੀ, ਇਹ ਤਾਂ ਹਰੇਕ ਹੀ ਐਂ ਕਰਦਾ, ਹਰੇਕ ਹੀ ਐਂ ਕਰਦਾ, ਫਰਕ ਹੈ। ਉਹ ਫਰਕ ਵੀ ਸਮਝਣਾ ਚਾਹੀਦਾ। ਹੁਣ ਜਿਹੜੇ ਵਾਅਦੇ ਕਰਦੇ ਨੇ ਇਹ, ਤੁਹਾਨੂੰ ਮੈਂ ਵਾਅਦਿਆਂ ਦੀ ਗੱਲ ਪੰਜਾਬ 'ਚ ਦੱਸਦਾ। ਆ ਪਿੱਛੇ ਚੰਨੀ ਸਰਕਾਰ ਨੇ ਕਹਿਤਾ ਵੀ ਅਸੀਂ ਜੀ ਜਿਹੜੇ ਬਿਜਲੀ ਦੇ ਬਿੱਲ ਬਕਾਇਆ ਪਏ ਨੇ ਲੋਕਾਂ ਦੇ ਤੇ ਪਾਣੀ ਦੇ, ਉਹ ਨਾ ਭਰਨ, ਮਾਫ ਕਰਤੇ। ਪਰ ਇਹ ਤੋਂ ਪਹਿਲਾਂ ਵੀ ਨਹੀਂ ਸੀ ਉਹਨਾਂ ਨੇ। ਉਹ 3000 ਕਰੋੜ ਬਣਦਾ। ਬੜੇ ਵੱਡੇ ਅਰਥ ਸ਼ਾਸਤਰੀ ਜਿਹੜੇ ਆਪਦੇ ਆਪ ਨੂੰ ਬੜੇ ਪੰਜਾਬ ਦੇ ਖੈਰ ਖਾ ਕਹਾਉਂਦੇ ਨੇ, ਮੈਂ ਆਰਟੀਕਲ ਪਰਸੋਂ ਪੜ੍ਹ ਰਿਹਾ ਸੀ, ਉਹਨਾਂ ਨੇ ਲਿਖਿਆ ਬੇ ਪੱਠਾ ਬਹਿ ਜਾਊਗਾ, ਕਰਜ਼ਾ ਵੱਧ ਜੂ, ਲੋਕ ਕਰਜ਼ਾਈ ਹੋ ਜਾਣਗੇ, ਸਰਕਾਰ ਦਾ ਦੁਬਾਰਾ ਨਿਕਲ ਜੂ। ਪਰ ਉਹੀ ਅਰਥ ਸ਼ਾਸਤਰੀ ਇਹ ਨਹੀਂ ਬੋਲ ਰਹੇ ਵੀ ਮੁਲਾਜ਼ਮਾਂ ਨੂੰ ਜਿਹੜਾ 15,000 ਕਰੋੜ ਦੇਣਾ ਹੈ, ਜਿਹਦੇ ਕੇਂਦਰ ਤੋਂ ਪਹਿਲਾਂ ਹੀ ਤਨਖਾਹਾਂ 1.5 ਗੁਣਾ ਨੇ, 1.25 ਗੁਣਾ ਨੇ, ਉਹ ਹੋਰ ਗੱਲ ਤੇ ਗੋਡਾ ਰੱਖ ਕੇ ਮੰਗ ਰਹੇ ਨੇ। ਜਿਹੜਾ ਸਿਰਫ 4 ਲੱਖ ਪਰਿਵਾਰਾਂ ਕੋਲੇ ਜਾਣਾ ਹੈ, ਉਹਦੇ ਤੇ ਉਹ ਚੁੱਪ ਨੇ। ਬਿਲਕੁਲ 15,000 ਕਰੋੜ 4 ਲੱਖ ਪਰਿਵਾਰਾਂ ਨੂੰ ਦਿੱਤਾ ਜਾਵੇ, ਉਹਦੇ ਨਾਲ ਕਰਜ਼ਾ ਨਹੀਂ ਵੱਧਦਾ ਪੰਜਾਬ ਸਰਕਾਰ ਦਾ। 4 ਲੱਖ ਕਰੋੜ ਨਾ 4,000 ਕਰੋੜ 3,000 ਦਾ 3,000 ਕਰੋੜ 46 ਲੱਖ ਪਰਿਵਾਰਾਂ ਦਾ ਮਾਫ ਕਰਿਆ ਜਾਵੇ, ਔਰ ਉਹ ਵੀ ਬਹੁਤੇ ਉਹਨਾਂ 'ਚ ਉਹ ਨੇ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕਦੀ, ਉਦੋਂ ਪੰਜਾਬ ਦਾ ਪੱਠਾ ਬੈਠ ਰਿਹਾ। ਉਹ ਤਾਂ ਅਰਥ ਸ਼ਾਸਤਰੀ ਨੇ, ਉਹ ਤਾਂ ਕਿਸਾਨ ਅੰਦੋਲਨ ਦੇ ਵੀ ਹਮਾਇਤੀ ਨੇ, ਉਹ ਤਾਂ ਲੋਕਾਂ ਦੇ ਹੱਕ 'ਚ ਬੋਲਣ ਵਾਲੇ ਅਰਥ ਸ਼ਾਸਤਰੀ ਨੇ, ਉਹ ਤਾਂ ਮਹਾਨ ਨੇ। ਪਰ ਉਹਨਾਂ ਨੂੰ ਐਂ ਲੱਗਦਾ ਹੈ, ਉਸ ਮਹਾਨ ਬੰਦਿਆਂ ਨੂੰ, ਉਹਨਾਂ ਨੂੰ ਅਰਥ ਸ਼ਾਸਤਰੀ ਲੋਕਾਂ ਦੇ ਹੱਕ 'ਚ ਬੋਲਣ ਵਾਲਿਆਂ ਨੂੰ, ਵੀ ਜੇ ਆਹ 3,000 ਕਰੋੜ ਤੁਸੀਂ ਮਾਫ ਕਰਤਾ,
ਪੰਜਾਬ ਦਾ ਪੱਠਾ ਬਹਿ ਜੂਗਾ, ਤੁਹਾਡਾ ਅਰਥਚਾਰਾ ਹਿੱਲ ਜੂਗਾ, ਇਹਦੀਆਂ ਚੂਲਾਂ ਹਿੱਲ ਜਾਣਗੀਆਂ, ਅਸਮਾਨ ਥੱਲੇ ਗਿਰ ਜੂਗਾ। ਪਰ ਜੇ ਆ 15,000 ਕਰੋੜ ਦੇ ਦੋਗੇ, ਇਹਦੇ ਮੁਕਾਬਲੇ ਕੁਛ ਨਹੀਂ ਹੋਣ ਲੱਗਿਆ। ਬਿਲਕੁਲ ਸੀਤ ਹਵਾਵਾਂ ਚੱਲਣਗੀਆਂ, ਠੰਡੀਆਂ ਹਵਾਵਾਂ 'ਚ ਆਨੰਦ ਮਾਣੋਗੇ। ਉਹ ਅਰਥ ਸ਼ਾਸਤਰੀ ਇਹਦਾ ਜਵਾਬ ਦੇ ਦੇਣ। ਦਾ ਦਰਦ ਜਾਗਦਾ ਤੇ ਉਹਨਾਂ ਦੀ ਗੱਲ ਕਰਦੇ ਨੇ, ਉਹਨਾਂ ਦੀ ਗੱਲ ਕਰਦੇ ਨੇ ਤੇ ਬਾਕੀਆਂ ਦੀ ਕਰਦੇ ਨੇ, ਗਰੀਬਾਂ ਦੇ ਮਸਲੇ ਦੇ ਉੱਤੇ ਇਸ ਤਰ੍ਹਾਂ ਸਿਆਸਤ। ਇੱਕ ਡਾਕਟਰ ਸਾਹਿਬ ਇਹ ਵੀ ਗੱਲ, ਜਿਹੜੀ ਮੈਂ ਨਸ਼ਿਆਂ ਦੇ ਮੁੱਦੇ ਦੀ ਗੱਲ ਕਰ ਰਿਹਾ ਸੀ, ਕਿ ਜਦੋਂ ਇਹ ਮੁੱਦਾ ਉੱਭਰਦਾ ਹੈ ਤਾਂ ਆਪਾਂ ਦੇਖਿਆ ਕਿ ਪਿਛਲੇ ਸਮਿਆਂ ਜਦੋਂ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਬਾਰਡਰਾਂ ਤੇ ਜਾਣ ਨੂੰ ਤਿਆਰ ਹੋ ਗਏ ਕਿ ਅਸੀਂ ਉੱਥੇ ਜਾ ਕੇ ਧਰਨੇ ਮਾਰਨੇ, ਇਹਨਾਂ ਨੇ ਮਾਰੇ ਵੀ, BSF ਨੂੰ ਲੈ ਕੇ ਸਵਾਲ ਬੜੇ ਖੜੇ ਕੀਤੇ, ਕੈਪਟਨ ਸਾਹਿਬ ਵੀ ਕਰਦੇ ਰਹੇ ਨੇ। ਪਰ ਅੱਜ ਨਸ਼ਿਆਂ ਦੇ ਮੁੱਦੇ ਉੱਤੇ ਜਦੋਂ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹਦੇ ਬਾਰੇ ਖੁੱਲ ਕੇ ਨਹੀਂ ਦੱਸਿਆ ਜਾਂਦਾ ਕਿ ਆਖਿਰਕਾਰ ਕਮਜ਼ੋਰੀ ਕਿੱਥੇ ਹੈ, ਕਿੱਥੇ ਘਾਟ ਰਹਿ ਗਈ, ਜਦ ਕਿ ਨਾਮ ਦੇ ਦਿੱਤਾ ਜਾਂਦਾ ਕਿ ਇਹ ਤਾਂ ਇੰਟਰਨੈਸ਼ਨਲ ਵਪਾਰ ਹੈ ਜੀ, ਇਹਦੇ ਨਾਲ ਸਿਆਸਤਾਂ ਚੱਲਦੀਆਂ, ਇਹਦੇ ਨਾਲ ਸਰਕਾਰਾਂ ਚੱਲਦੀਆਂ, ਇਹਦੇ ਨਾਲ ਦੇਸ਼ ਚੱਲਦੇ ਨੇ। ਬਿਲਕੁਲ ਠੀਕ ਹੈ, ਇਹ ਇਹੀ ਗੱਲ ਕਰਦੇ ਨੇ, ਕਿਉਂਕਿ ਇਹ ਉਹੀ ਬੰਦੇ ਨੇ ਜਿਹੜੇ ਕੌਮ ਮਰਵਾ ਕੇ ਨਾ ਦੂਜੇ ਦੀ ਜ਼ਮੀਨ 'ਚ ਸੁੱਟਣ ਵਾਲੇ ਨੇ। ਇਹਨਾਂ ਨੇ ਕਦੇ ਕੌਮ ਮਾਰ ਕੇ ਆਪਣੀ ਜ਼ਮੀਨ 'ਚ ਟੰਗ ਕੇ ਦਿਖਾਇਆ ਨਹੀਂ ਵੀ ਅਸੀਂ ਆਹ ਦੇਖੋ ਅਸੀਂ ਆਹ ਕਰਤਾ, ਪਹਿਲੀ ਗੱਲ। ਦੂਜਾ ਇਹ ਜਿਹੜੇ ਧਰਨੇ ਮਾਰਦੇ ਦਿਖਾਵੇ ਕਰਕੇ ਮਾਰਦੇ ਰਹੇ। ਜਿੱਦੇ ਕੈਪਟਨ ਦੀ ਸਰਕਾਰ ਪਹਿਲਾਂ ਸੀ ਉਦੋਂ ਨਸ਼ੇ ਨਹੀਂ ਚੱਲਦੇ ਸੀ, ਜਾਂ ਹੁਣ ਨਹੀਂ ਚੱਲ ਰਹੇ? ਜਿੱਦਾਂ ਅਕਾਲੀ BJP ਦੀ ਸਰਕਾਰ ਸੀ ਉਦੋਂ ਨਸ਼ੇ ਨਹੀਂ ਚੱਲ ਰਹੇ ਸੀ? ਜਿੱਦੇ ਅਕਾਲੀ BJP ਸੀ ਉਦੋਂ ਅਕਾਲੀ BJP ਬਾਬਰ ਕੇ ਕਹਿਣ ਪੰਜਾਬ ਦਾ ਨਸ਼ਾ ਹੈ ਹੀ ਨਹੀਂ, ਝੂਠ ਬੋਲਿਆ ਜਾ ਰਿਹਾ ਹੈ। ਔਰ ਕਾਂਗਰਸੀ ਕਹਿਣ ਹਰ ਤੀਜਾ ਬੰਦਾ ਨਸ਼ੇ 'ਚ ਆਇਆ, ਹਰ 3 ਬੰਦਿਆਂ 'ਚੋਂ 2 ਬੰਦੇ ਨਸ਼ਾ ਕਰਦੇ ਨੇ, ਉਹ ਵੀ ਝੂਠ ਸੀ। ਦੋਨੇ ਝੂਠ ਬੋਲ ਰਹੇ ਸੀ, ਦੋਨੇ ਗੁੰਮਰਾਹ ਕਰ ਰਹੇ ਸੀ ਲੋਕਾਂ ਨੂੰ। ਨਾ ਇਹ ਗੱਲ ਸੀ ਕਿ ਹਰ 3 'ਚੋਂ 2 ਨਸ਼ੇੜੀ ਨੇ ਪੰਜਾਬ 'ਚ, ਨਾ ਇਹ ਗੱਲ ਸੱਚ ਸੀ ਕਿ ਪੰਜਾਬ 'ਚ ਨਸ਼ਾ ਹੈ ਹੀ ਨਹੀਂ। ਧਰਨੇ ਵੀ ਮਾਰਦੇ ਸੀ। ਸੋ ਉਹੀ ਗੱਲਾਂ ਦੇ ਉੱਤੇ ਇਹ ਕਹਿੰਦੇ ਨੇ ਜਿਵੇਂ ਇਹ ਨਸ਼ਿਆਂ ਦੀ ਗੱਲ ਹੈ, ਇੱਦਾਂ ਹੀ ਦਲਿਤਾਂ ਦੇ ਸਕੋਲਰ ਪੋਸਟ ਮੈਟ੍ਰਿਕ ਸਕੋਲਰਸ਼ਿਪ ਸੀ ਅਕਾਲੀ BJP ਵੇਲੇ ਬੜਾ ਵੱਡਾ 500 ਕਰੋੜ ਦਾ ਘਪਲਾ ਹੋਇਆ ਹੈਗਾ। ਉਦੋਂ ਵੀ ਦਲਿਤਾਂ ਦਾ ਹੀ ਸਕੋਲਰਸ਼ਿਪ ਸੀ, ਹੁਣ ਵੀ ਦਲਿਤਾਂ ਦਾ। ਉਦੋਂ ਕਾਂਗਰਸ ਰੌਲਾ ਪਾਉਂਦੀ ਸੀ, ਹੁਣ ਅਕਾਲੀ ਪਾਉਂਦੇ ਨੇ, ਦਲਿਤਾਂ ਨੂੰ ਤਾਂ ਦੋਏ ਪਾਸੇ ਨਹੀਂ ਮਿਲਿਆ। ਆਪਾਂ ਰਿਐਲਿਟੀ 'ਚ ਮੰਨ ਕੇ ਚੱਲੀਏ, ਇਹ ਲੋਕ ਸਿਰਫ ਤਾਕਤ ਲੈਣ ਵਾਸਤੇ, ਆਪਦੇ ਵਿਰੋਧੀ ਨੂੰ ਤੂੰ ਮੈਂ ਕਰਨ ਵਾਸਤੇ ਲੜਾਈ ਕਰਦੇ ਨੇ। ਇਹ ਲੋਕਾਂ ਦੇ ਹੱਕਾਂ ਵਾਸਤੇ ਜਾਂ ਮਸਲੇ ਦੇ ਹੱਲ ਵਾਸਤੇ ਨਹੀਂ ਲੜਦੇ, ਕਿਉਂਕਿ ਮਸਲੇ ਦਾ ਹੱਲ ਨਾ ਇਹ ਸੋਚਦੇ ਨੇ, ਨਾ ਇਹਨਾਂ ਦਾ ਇੱਛਾ ਹੈ, ਨਾ ਇਹ ਕਰਨੀ ਚਾਹੁੰਦੇ ਨੇ। ਇਹ ਦੱਸਦੇ ਨੇ ਕੋਈ ਵੀ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਰਿਹਾ ਹੈ, BSF ਨੇ ਨਹੀਂ ਰੋਕਿਆ, ਮੰਨ ਲਿਆ। ਜਿਹੜਾ ਇਹਨਾਂ ਦੇ ਅੰਦਰ ਆ ਜਾਂਦਾ ਉਹ ਕੀ ਕਰਨਗੇ? ਅਗਲੀ ਗੱਲ, ਇਹ ਕਿਹੜੀ BSF ਤੋਂ ਉਮੀਦ ਰੱਖਣਗੇ? ਨਾਰਕੋਟਿਕ ਕੰਟਰੋਲ ਬਿਊਰੋ ਭਾਰਤ ਸਰਕਾਰ ਦਾ ਜੀ, ਸੈਂਟਰਲ ਨਾਰਕੋਟਿਕ ਕੰਟਰੋਲ ਬਿਊਰੋ ਦਾ ਇੱਥੇ ਸਾਜੀ ਮਸਤਾਨ ਸੀ। ਉਹ ਖੁਦ ਨਸ਼ਿਆਂ ਦੇ ਵਪਾਰ ਦੇ ਵਿੱਚ ਉਹਨੂੰ ਜੇਲ੍ਹ ਹੋਈ ਸੀ। ਜਿਹੜਾ ਉਹਦੀ ਥਾਂ ਤੇ ਲਾਇਆ ਉਹ ਪਤਾ ਨਹੀਂ 5 ਕੇ 10 ਕਰੋੜ ਲੈਂਦਾ ਫੜਿਆ ਗਿਆ ਨਸ਼ਿਆਂ 'ਚ। ਸਰਕਾਰ ਦੇ, ਕੇਂਦਰ ਸਰਕਾਰ ਦੇ ਵੀ, ਪੰਜਾਬ ਸਰਕਾਰ ਦੇ ਵੀ ਪੁਲਿਸ ਵਾਲੇ ਨਸ਼ਿਆਂ ਦੇ ਵਿੱਚ ਫੜੇ ਗਏ ਨੇ। ਸਲਵਿੰਦਰ ਸਿੰਘ ਕੌਣ ਸੀ? ਬਿਲਕੁਲ ਪੰਜਾਬ ਸਰਕਾਰ ਦੀ ਪੁਲਿਸ ਦਾ ਅਧਿਕਾਰੀ ਸੀ, ਉਹ ਨਸ਼ਿਆਂ ਦੇ ਮਾਮਲੇ 'ਚ ਫੜਿਆ ਗਿਆ। ਅਕਾਲੀ BJP ਸ਼ਾਇਦ ਸਰਕਾਰ ਸੀ ਉਦੋਂ, ਮੋਸਟ ਪ੍ਰੋਬੇਬਲੀ, ਮੈਨੂੰ ਵੀ ਪੱਕਾ ਤਾਂ ਨਹੀਂ ਯਾਦ, ਪਰ ਮੇਰਾ ਧਿਆਨ ਇਹੀ ਕਹਿੰਦਾ ਵੀ ਉਹ ਅਕਾਲੀ BJP ਸਰਕਾਰ ਸੀ। ਉੱਤੇ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਸੀ। ਔਰ ਉਹਦੇ ਫੜੇ ਜਾਣ ਤੋਂ ਬਾਅਦ ਪਠਾਨਕੋਟ ਛਾਉਣੀ 'ਤੇ ਹਮਲਾ ਵੀ ਹੋਇਆ ਸੀ। ਜੀ ਬਿਲਕੁਲ, ਦੀਨਾਨਗਰ 'ਚ ਹਮਲਾ ਹੋਇਆ ਸੀ ਥਾਣੇ ਤੇ। ਔਰ ਉਹਨੇ ਸ਼ਰੇਆਮ ਕਿਹਾ ਸੀ ਵੀ ਮੈਂ ਹਮਲਾ ਨਹੀਂ ਕਰਾਉਣ ਗਿਆ ਸੀ, ਮੈਂ ਤਾਂ ਨਸ਼ਿਆਂ ਵਾਸਤੇ ਗਿਆ ਸੀ ਉਹਨਾਂ ਨਾਲ ਸੌਦਾ ਕਰਨ। ਉਹ ਸਲਵਿੰਦਰ ਸਿੰਘ ਨੂੰ ਇਹਨਾਂ ਨੇ ਕੀ ਕਿਹਾ? ਮੋਦੀ ਸਾਹਿਬ ਨੇ ਕਿਹਾ ਸੀ 50 ਦਿਨ, ਮੈਨੂੰ 50 ਦਿਨ ਦਿਓ, ਮੈਂ 50 ਦਿਨ ਨੋਟਬੰਦੀ ਦੇ ਇਸ ਕਰਕੇ ਮੰਗਦਾ ਕਿ ਇਹਦੇ ਨਾਲ ਮੈਂ ਬਣਾਉਟੀ ਨੋਟ ਤੇ ਸਮਗਲਿੰਗ, ਕਾਲਾ ਧਨ, ਇਹ ਖਤਮ ਕਰ ਦੇਣਾ। ਕਾਲੇ ਧਨ ਦੇ ਰਾਹੀਂ ਨਸ਼ੇ ਹੁੰਦੇ ਨੇ, ਯਾਨੀ ਕਿ ਟੈਰੋਰਿਜ਼ਮ ਨਾਲ, ਟੈਰੋਰਿਜ਼ਮ ਖਤਮ ਕਰ ਦੇਣਾ। ਕੋਈ ਦੱਸੇ 50 ਦਿਨ ਦੀ ਬਜਾਏ ਤਾਂ 500 ਦਿਨ ਤੋਂ, ਤੇ ਹੁਣ ਤਾਂ ਕਈ 100 ਦਿਨ ਹੋਣ ਵਾਲੇ ਨੇ, 1000 ਦਿਨ ਤੋਂ ਵੀ ਉੱਪਰ ਹੋ ਗਏ। ਇਹ ਕੋਈ ਦੱਸ ਦੇ ਵੀ ਕਾਊਂਟਰਫੀਟ ਕਰੰਸੀ ਉਦੋਂ ਜ਼ਿਆਦਾ ਵੱਧ ਗਈ, ਯਾਨੀ ਕਿ ਬਣਾਉਟੀ ਨੋਟ ਜ਼ਿਆਦਾ ਬਣ ਗਏ, ਝੂਠੇ ਨੋਟ, ਟੈਰੋਰਿਜ਼ਮ ਜ਼ਿਆਦਾ ਵਧਿਆ, ਜਿੰਨੇ ਗਿਣ ਕੇ ਦੇਖ ਲਓ ਕਿੰਨੇ ਹੋਏ ਨੇ, ਨਸ਼ੇ ਜ਼ਿਆਦਾ ਵਧੇ ਨੇ, ਤੇ ਬਲੈਕ ਮਨੀ ਜ਼ਿਆਦਾ ਵਧਿਆ। ਇਹ ਕੋਈ ਦੱਸ ਦੇਵੇ ਵੀ ਕਿੰਨਾ ਕੁ ਘਟਿਆ ਹੈ? ਦੱਸ ਦੇਣ ਨਾ, ਫਿਰ ਲੋਕਾਂ ਨੂੰ ਦੱਸ ਦੇਣ।
ਸੋ ਇਹ ਸਾਰੇ ਉਦੋਂ ਵੀ ਗਿਮਕ ਕਰਦੇ ਸੀ, ਹਾਂ 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 ਠੀਕ ਹੈ ਠੀਕ ਹੈ ਠੀਕ ਹੈ। ਜਦ ਤੁਸੀਂ ਬਹਾਨਾ ਲਾਉਣੇ ਹੋ, ਨਾ ਤਾਂ ਕੇਂਦਰ ਰੋਕ ਕੇ ਰਾਜੀ ਹੈ, ਨਾ ਇਹ ਰੋਕ, ਕਿਉਂਕਿ ਨਸ਼ਿਆਂ ਦਾ ਇਹਨਾਂ ਨੂੰ ਫਾਇਦਾ ਹੈ। ਹੁਣ ਕਿਵੇਂ ਹੈ, ਕਿਉਂ ਫਾਇਦਾ, ਮੈਂ ਕਿਉਂ ਕਹਿਣਾ, ਜਿਸ ਬੰਦੇ ਨੇ ਸਿੰਘੂ ਬਾਰਡਰ ਤੇ ਜਾ ਕੇ ਬੇਅਦਬੀ ਕਰੀ ਜਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੌਣ ਸੀ? ਉਹ ਨਸ਼ੇ ਖਾਂਦਾ ਸੀ। ਬਿਲਕੁਲ ਠੀਕ ਹੋ ਗਿਆ। ਉਹਦਾ ਕਤਲ ਕਰਕੇ ਜਾਂ ਉਹਨੂੰ ਤਸੀਹੇ ਦੇ ਕੇ ਅਧਮਰਾ ਕਰਕੇ ਪੁਲਿਸ ਦੇ ਬੈਰੀਕੇਡ ਤੇ ਟੰਗਤਾ। ਕੇਂਦਰ ਦਾ ਬੈਰੀਕੇਡ ਸੀ ਉਹ, ਜਾਂ ਹਰਿਆਣਾ ਦਾ ਪੁਲਿਸ ਦਾ ਸੀ। ਫਿਰ ਉਹਨੂੰ ਕਿਉਂ ਨਹੀਂ ਰੋਕਿਆ? ਉਹ ਤਾਂ ਹਰੇਕ ਨੂੰ ਜਾਨੋਂ ਰੋਕਤਾ, ਲਖੀਮਪੁਰ ਖੇੜੀ ਤਾਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉੱਥੇ? ਜਾਂ ਉਹਦੀ ਜਦ ਉਹਨੂੰ ਟੰਗਤਾ, ਜੇ ਮਰਿਆ ਨਹੀਂ ਸੀ, ਫਿਰ ਉਸ ਨੂੰ ਹਸਪਤਾਲ ਕਿਉਂ ਨਹੀਂ ਪਹੁੰਚਾਇਆ? ਬਚਦਾ ਨਾ ਬਚਦਾ, ਕੋਈ ਜਵਾਬ ਹੈ? ਕਿਉਂਕਿ ਇਹਨਾਂ ਨੂੰ ਅੱਛੇ, ਜਿਹੜਾ ਤਲਵੰਡੀ ਸਾਬੋ ਸੀ ਉਹ ਵੀ ਇਹੋ ਜਿਹਾ ਸੀ, ਜਿਹੜਾ ਦਮਦਮਾ ਸਾਹਿਬ ਸੀ ਉਹ ਵੀ ਇਹੋ ਜਿਹੇ ਸੀ, ਜਿਹੜਾ ਇੱਥੇ ਤਖਤ ਕੇਸਗੜ੍ਹ ਸਾਹਿਬ ਉਹ ਵੀ ਇਹੋ ਜਿਹੇ ਸੀ। ਸੋ ਨਸ਼ੇੜੀ ਇਹਨਾਂ ਨੂੰ ਤਿੰਨ ਗੱਲਾਂ, ਨਸ਼ਿਆਂ ਦਾ ਵਪਾਰ ਇਹਨਾਂ ਨੂੰ ਦਿੰਦਾ ਹੈ। ਕਿਉਂ ਕਰਦੇ ਨੇ ਇਹ ਸਾਰੀਆਂ ਸਿਆਸੀ ਪਾਰਟੀਆਂ ਰਲੀਆਂ ਹੋਈਆਂ ਨੇ। ਇੱਕ ਨਸ਼ੇੜੀ ਨੇ ਜਿਹੜੇ, ਉਹ ਸਰਕਾਰ ਨਾਲ ਲੜਾਈ ਨਹੀਂ ਕਰ ਸਕਦੇ, ਉਹਨਾਂ ਨੂੰ ਅਣਖ ਨਹੀਂ ਹੈ ਭੋਰਾ ਵੀ। ਬਿਲਕੁਲ। ਦੂਜਾ, ਨਸ਼ੇੜੀਆਂ ਤੋਂ ਕੋਈ ਵੀ ਪੁੱਠਾ ਕੰਮ ਕਰਾਇਆ ਜਾ ਸਕਦਾ ਹੈ, ਸਾਡੇ ਸਾਹਮਣੇ ਹੋਏ ਨੇ। ਤੀਜਾ, ਨਸ਼ੇੜੀ ਆਪਦੀ ਮਰਜ਼ੀ ਨਾਲ ਆਪਦੀ ਜ਼ਮੀਨ ਵੇਚਦਾ, ਆਪਦੀ ਇੱਜ਼ਤ ਵੇਚਦਾ। ਬਿਲਕੁਲ। ਤੇ ਫਿਰ ਜ਼ਮੀਨ ਤੇ ਕਬਜ਼ਾ ਕਰਨ ਦੀ ਕੀ ਲੋੜ ਹੈ? ਕਿਸਾਨ ਕਿਉਂਕਿ ਕਬਜ਼ੇ ਦੀ ਲੜਾਈ ਕਰ ਰਹੇ ਨੇ ਵੀ ਸਾਡੀ ਜ਼ਮੀਨ ਜਾਵੇ ਨਾ, ਨਸ਼ੇੜੀ ਖੁਦ ਹੀ ਉਹਨਾਂ ਨੂੰ ਦੇਣ ਨੂੰ ਤਿਆਰ ਹੈ, ਫਿਰ ਨਸ਼ੇੜੀਆਂ ਨੂੰ ਪਸੰਦ ਕਰਨਗੇ ਨਾ। ਫਿਰ ਚੌਥੀ ਗੱਲ ਕੀ ਹੈ? ਉਹੀ ਨਸ਼ੇੜੀ ਇਹਨਾਂ ਨੂੰ ਮਿਲਦੇ ਨੇ ਜਦ ਕੋਈ ਬੰਦਾ ਸੱਚਾ ਸੁੱਚਾ ਜਾਂ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਉੱਤੇ ਹਮਲਾ ਕਰਵਾਉਂਦੇ ਨੇ, ਉਹਦਾ ਕਤਲ ਤੱਕ ਵੀ ਕਰਵਾਉਂਦੇ ਨੇ, ਉਹਦੇ ਘਰ ਦੇ ਵਿੱਚ ਬੰਬ ਸਟਾਉਂਦੇ ਨੇ। ਫਿਰ ਉਹਨਾਂ ਹੀ ਨਸ਼ੇੜੀਆਂ ਨੂੰ ਇਹ ਵਰਤਦੇ ਨੇ ਜਿੱਦੇ ਇਹਨਾਂ ਨੇ ਕਮਿਊਨਲ ਰਾਈਟਸ ਕਰਾਉਣੇ ਨੇ, ਪੰਜਾਬ ਦਾ ਸ਼ਾਂਤਮਈ ਮਾਹੌਲ ਨੂੰ ਭੰਗ ਕਰਦਾ ਹੈ। ਉਹਦੇ ਉਹਨਾਂ ਹੀ ਨਸ਼ੇੜੀਆਂ ਤੋਂ ਇੱਕ ਪਾਸੇ ਬੀੜੀਆਂ ਸਿਗਰਟਾਂ ਸਟਾਉਣਗੇ ਗੁਰਦੁਆਰਿਆਂ 'ਚ, ਦੂਜੇ ਪਾਸੇ ਗਊ ਦੀਆਂ ਪੂਛਾਂ ਸਟਾਉਣਗੇ ਮੰਦਰਾਂ ਦੇ ਵਿੱਚ, ਤੇ ਤੀਜੇ ਪਾਸੇ ਸੂਰ ਦਾ ਮਾਸ ਸਟਾਉਣਗੇ ਮਸਜਿਦਾਂ ਦੇ ਵਿੱਚ। ਇਹ ਉਸੇ ਨਸ਼ੇੜੀਆਂ ਤੋਂ ਸਟਾਉਣਗੇ। ਉਹੀ ਕੋਈ ਬਾਣਾ ਪਾ ਕੇ ਆ ਜਾਣਗੇ, ਬਾਣਾ ਜਿਹੜਾ ਮਰਜ਼ੀ ਪਾਉਣਗੇ ਉਹ। ਇਹ ਜਿਹੜੇ ਬਾਣੇ ਦੇ ਪਿੱਛੇ ਤੁਰੇ ਫਿਰਦੇ ਨਾ ਵੀ ਸਾਡੇ ਬਾਣੇ ਦਾ ਐ ਹੋ ਗਿਆ, ਉਹ ਬਾਣੇ ਦੀ ਬੇਅਦਬੀ ਕਰਦੇ ਨੇ, ਉਹ ਬਾਣਾ ਪਾ ਕੇ ਸਾਰੇ ਕੰਮ ਕਰਦੇ ਨੇ। ਬਿਨਾਂ ਬਾਣਾ ਪਾਏ ਕੌਣ ਕਰ ਸਕਦਾ? ਹਿੰਦੂਆਂ ਦੇ ਮੰਦਰਾਂ ਦੇ ਵਿੱਚ ਜੇ ਕੋਈ ਜਾ ਕੇ ਬੀੜੀ ਸਿਗਰਟ ਸੁੱਟੇਗਾ ਤਾਂ ਇਹ ਸੁੱਟੇਗਾ ਗਊ ਦੀ ਪੂਛ, ਉਹ ਹਿੰਦੂ ਜਾ ਕੇ ਸੁੱਟ ਸਕਦਾ ਹੈ। ਸਿੱਖ ਦੇ ਭੇਸ 'ਚ ਜਾਏਗਾ, ਉਹਦੇ ਜ਼ਿਆਦਾ ਚਾਂਸ ਨੇ ਕਿ ਫਸੇ, ਤੇ ਉਹਦੇ 'ਤੇ ਜ਼ਿਆਦਾ। ਗੁਰਦੁਆਰੇ ਦੇ ਵਿੱਚ ਕੋਈ ਸਿੱਖ ਦੇ ਭੇਸ 'ਚ ਜਾ ਕੇ ਕਰੇਗਾ ਜਿਹੜਾ ਕੁਝ ਕਰੇਗਾ, ਸਿੱਖ ਦੇ ਭੇਸ 'ਚ ਜਾ ਕੇ ਕਰਿਆ। ਜਿਹਨੇ ਅਰਦਾਸ ਕਰੀ ਸੀ ਤਲਵੰਡੀ ਸਾਹਿਬ, ਉਹ ਸਿੱਖ ਦੇ ਭੇਸ 'ਚ ਸੀ। ਤੇ ਇਸੇ ਤਰ੍ਹਾਂ ਹੀ ਮੁਸਲਮਾਨ ਦੇ ਭੇਸ 'ਚ ਜਾਏਗਾ ਮਸਜਿਦ ਦੇ ਵਿੱਚ, ਪਰ ਉਹ ਉਸੇ ਕੈਟਾਗਰੀ ਦੇ ਬੰਦੇ ਨੇ, ਉਸੇ ਤਰ੍ਹਾਂ ਹੀ ਉਹ ਜੁੜੇ ਹੋਏ ਨੇ, ਉਸੇ ਤਰ੍ਹਾਂ ਹੀ ਸਾਰਾ ਕੁਝ ਹੋ ਰਿਹਾ। ਹੁਣ ਤਾਂ ਉਹ ਸਾਹਮਣੇ ਜਿਨ੍ਹਾਂ ਨੇ ਕਤਲ ਕਰਿਆ ਉਹ ਵੀ ਦਲਿਤ, ਜਿਹੜੇ ਕਤਲ ਹੋਇਆ ਉਹ ਵੀ ਦਲਿਤ, ਜਿਹੜਾ ਦਲਿਤ ਨੇ ਬੇਅਦਬੀ ਕਰੀ ਉਹ ਵੀ ਉਸੇ ਏਜੰਸੀ ਦੇ ਰਾਹੀਂ ਕਿਸੇ ਨਾ ਕਿਸੇ ਨਾਲ ਗੁੰਮਰਾਹ ਕਰਕੇ ਜਾਂ ਜਿਵੇਂ ਮਰਜ਼ੀ ਲਾਲਚ ਦੇ ਕੇ ਲਿਜਾਇਆ ਗਿਆ, ਤੇ ਜਿਨ੍ਹਾਂ ਨੇ ਕਤਲ ਕਰਿਆ ਉਹ ਵੀ ਉਸੇ ਏਜੰਸੀ ਦੇ ਨਾਲ ਮਿਲੇ ਹੋਏ ਸਾਹਮਣੇ ਆ ਗਏ। ਹੁਣ ਤਾਂ ਤੋਮਰ ਸਾਹਿਬ ਦੇ ਸਾਹਮਣੇ ਹੁਣ ਤਾਂ ਫੋਟੋਆਂ ਆ ਗਈਆਂ, ਹੁਣ ਤਾਂ ਕੋਈ ਦੋ ਰਾਏ ਨਹੀਂ ਨਾ। ਸੋ ਇਸ ਕਰਕੇ ਨਸ਼ਿਆਂ ਨੂੰ ਬੰਦ ਨਾ ਕਰਨਾ ਇਹ ਸਾਡੇ ਸਿਆਸਤਦਾਨਾਂ ਦਾ ਹਿੱਤ ਹੈ, ਕਿਉਂਕਿ ਸਾਰੇ ਕੰਮ ਲੋਕਾਂ ਨੂੰ ਲੜਾਉਣਾ, ਲੋਕਾਂ ਨੂੰ ਕੁਟਵਾਉਣਾ, ਨਸ਼ੇ ਵੇਚ ਕੇ ਪੈਸਾ ਕਮਾਉਣਾ, ਜ਼ਮੀਨਾਂ ਖਰੀਦਣੀਆਂ, ਉਹਨਾਂ ਦੀਆਂ ਜਾਇਦਾਦਾਂ ਖਰੀਦਣੀਆਂ ਤੇ ਗੁੰਡਾਗਰਦੀ ਕਰਵਾਉਣੀ, ਇਹ ਸਾਰਾ ਉਹਨਾਂ ਨੂੰ ਬੈਨੀਫਿਟ ਨੇ। ਜਿਹੜੇ ਬੰਦੇ ਨੂੰ ਕਿਸੇ ਚੀਜ਼ ਤੋਂ ਫਾਇਦਾ ਹੁੰਦਾ ਹੋਵੇ ਉਹ ਕਿਉਂ ਰੋਕੇਗਾ? ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਖਤਮ ਕਰਨ ਲੱਗਿਆ। ਮੈਂ ਭਾਰਤ ਸਰਕਾਰ ਦਾ ਸਲਾਹਕਾਰ ਰਿਹਾ ਸਾਖਰਤਾ ਦੇ ਵਾਸਤੇ, ਲਿਟਰੇਸੀ ਮਿਸ਼ਨ 'ਚ, ਨੈਸ਼ਨਲ ਲਿਟਰੇਸੀ ਮਿਸ਼ਨ 'ਚ। ਔਰ ਕੋਈ ਕਹੂਗਾ ਵੀ ਸ਼ਾਇਦ ਕਾਂਗਰਸ ਨੇ ਲਾਇਆ ਹੋਵੇ, ਜਦ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਮੈਂ ਉਦੋਂ ਵੀ ਸਲਾਹਕਾਰ ਸੀ, ਤੇ ਸਾਨੂੰ ਇਨਾਮ ਮਿਲਿਆ ਸੀ, ਅਟਲ ਬਿਹਾਰੀ ਵਾਜਪਾਈ ਜੀ ਨੇ ਇਨਾਮ ਦਿੱਤਾ ਸੀ ਸਾਨੂੰ, ਰੋਪੜ ਜ਼ਿਲ੍ਹਾ ਫਸਟ ਆਇਆ ਸੀ ਜੀ। ਤੇ ਉਦੋਂ ਅਸੀਂ ਕਿਹਾ ਸੀ ਵੀ ਜਿਹੜੇ ਆ ਲੱਗੇ ਹੋਏ ਨਾ ਅਡਲਟ ਐਜੂਕੇਸ਼ਨ ਮਹਿਕਮੇ 'ਚ, ਇਹਨਾਂ ਨੂੰ ਅਸੀਂ ਲੈਣਾ ਨਹੀਂ, ਇਹ ਤਾਂ ਅਸੀਂ ਤਾਂ ਮੁਫਤ ਪੜ੍ਹਾਉਣਾ ਹੈ, ਤੇ ਮੁਫਤ ਪੜ੍ਹਾਈ ਤਾਂ ਹੋਊਗੀ ਜਿਹੜੇ ਇਹਨੇ ਤਾਂ ਨੌਕਰੀ ਤਾਂ ਬਰਕਰਾਰ ਹੈ ਵੀ ਜੇ ਲੋਕ ਅਨਪੜ੍ਹ ਰਹਿਣ। ਜਿੱਦੇ ਲੋਕ ਸਾਰੇ ਪੜ੍ਹ ਗਏ ਉੱਤੇ ਤਾਂ ਫਿਰ ਇਹਨਾਂ ਦੀ ਲੋੜ ਨਹੀਂ ਨਾ ਰਹਿਣੀ। ਸੋ ਇਸ ਕਰਕੇ ਇਹਨਾਂ ਦਾ ਇੰਟਰਸਟ ਇਹ ਹੈ ਕਿ ਲੋਕ ਨਾ ਪੜ੍ਹਨ। 4 ਕਰੋੜ ਰੁਪਇਆ ਪੰਜਾਬ ਸਰਕਾਰ ਖਰਚਦੀ ਸੀ, ਕੋਈ ਪੜ੍ਹਾਈ ਦਾ ਹਿਸਾਬ ਕਿਤਾਬ ਨਹੀਂ ਉਦੋਂ ਕੀ ਹੋਇਆ, ਕੋਈ ਸਾਖਰਤਾ ਦੀ ਦਰ ਨਹੀਂ ਵਧੀ। 78 ਤੋਂ ਲੈ ਕੇ ਨੈਸ਼ਨਲ ਅਡਲਟ ਐਜੂਕੇਸ਼ਨ ਪ੍ਰੋਗਰਾਮ NAEP ਕਹਿੰਦੇ ਸੀ, 86 ਤੱਕ 4 ਕਰੋੜ ਸਾਲਾਨਾ ਖਰਚਦੀ ਰਹੀ ਹੈ ਸਰਕਾਰ। ਦੱਸ ਦੇਣ ਵੀ ਕਿਹੜੀ ਸਾਖਰਤਾ ਵਧੀ, ਕਿੰਨਿਆਂ ਨੂੰ ਪੜ੍ਹਾਇਆ, ਕੋਈ ਰਿਕਾਰਡ ਨਹੀਂ। ਸੋ ਮੈਂ ਤਾਂ ਕਹਿਣਾ
ਜਿਹੜੇ ਬੰਦਿਆਂ ਦਾ ਹਿੱਤ ਹੈ ਨਸ਼ੇ ਸਮਗਲਿੰਗ ਹੋਣ 'ਚ, ਨਸ਼ੇ ਲੱਗਣ 'ਚ, ਨਸ਼ੇ ਉਧਰੋਂ ਆਉਣ 'ਚ, ਉਹ ਬੰਦੇ ਨਸ਼ੇ ਕਿਉਂ ਬੰਦ ਕਰਨਗੇ? ਅਸੀਂ ਤਾਂ ਅਸਲ 'ਚ ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾ ਰਹੇ ਹਾਂ। ਬਿਲਕੁਲ ਬਿਲਕੁਲ। ਸੋ ਜਦ ਬਿੱਲੀ ਦੁੱਧ ਦੀ ਰਾਖੀ ਹੋਏਗੀ ਫਿਰ ਦੁੱਧ ਦੀ ਸੇਫਟੀ ਨਹੀਂ ਹੋ ਸਕਦੀ। ਸੋ ਇਸ ਕਰਕੇ ਮੈਂ ਇਹ ਕਹਿਣਾ ਵੀ ਜਿਹੜੇ ਮੁੱਦੇ ਤੁਸੀਂ ਉਠਾਏ ਨੇ, ਚਾਹੇ ਉਹ ਸਾਡੇ ਸਿਆਸਤ ਮੁੱਦਿਆਂ ਦੀ ਕਰਨ ਦੀ ਗੱਲ ਆ ਵਾਅਦਿਆਂ ਦੀ ਬਜਾਏ, ਚਾਹੇ ਉਹ ਜਿਹੜੇ ਸੱਚੀ ਮੁੱਚੀ ਹੱਕਦਾਰ ਨੇ ਉਹਨਾਂ ਨੂੰ ਸਬਸਿਡੀ ਦੇਣੀ। ਜੇ ਬੰਦਾ, ਤੁਸੀਂ ਮੈਨੂੰ ਐਂ ਦੱਸੋ ਵੀ ਬੁਖਾਰ ਹੈ, ਇੱਕ ਨੂੰ 100 ਬੁਖਾਰ ਹੈ, ਇੱਕ ਨੂੰ 104 ਹੈ, ਤੇ ਮੈਂ 100 ਵਾਲੇ ਨੂੰ ਤਾਂ ਕੋਈ ਗੋਲੀ ਨਹੀਂ ਦੇਵਾਂਗਾ ਬੁਖਾਰ ਉਤਾਰਨ ਦੀ ਐਜ਼ ਏ ਡਾਕਟਰ, ਜੇ ਮੈਂ ਸਿੰਸੀਅਰ ਹਾਂ। ਤੇ ਜਿਹੜੇ 104 ਵਾਲੇ ਉਹਨੂੰ ਗੋਲੀ ਵੀ ਦੇਣ ਦੀ ਕੋਸ਼ਿਸ਼ ਕਰਾਂਗਾ, ਗੋਲੀ ਨਾਲ ਨਹੀਂ ਉਤਰਦਾ, ਉਹਨੂੰ ਪਾਣੀ ਪੱਟੀਆਂ ਹੋਰ 100 ਉਤਰ ਜੇ ਕਰਾਂਗੇ, ਬੁਖਾਰ ਉਤਰ ਜੇ, ਉਹਦੀ ਬਿਮਾਰੀ ਦਾ ਇਲਾਜ ਨਹੀਂ ਉਹ ਜੀ। ਹੁਣ ਕੋਈ ਕਹੇ ਜੀ ਇਹ ਬੁਖਾਰ ਉਤਾਰ ਕੇ ਤਾਂ ਗੋਲੀਆਂ ਵੇਸਟ ਕਰ ਰਿਹਾ, ਜਿਹਨੂੰ ਬੁਖਾਰ ਜ਼ਿਆਦੇ ਹੈ, ਬੁਖਾਰ ਨਾਲ ਹੀ ਮਰ ਰਿਹਾ, ਉਹਨੂੰ ਤਾਂ ਤੁਹਾਨੂੰ ਦਵਾਈ ਦੇਣੀ ਪਊਗੀ। ਜਿਹੜਾ ਕਰਜ਼ੇ ਦੇ ਥੱਲੇ ਰੋਟੀ ਨਹੀਂ ਖਾ ਸਕਦਾ ਜਾਂ ਬਿੱਲ ਭਰਨ ਦੇ ਕਰਕੇ ਰੋਟੀ ਨਹੀਂ ਖਾ ਸਕਦਾ, ਉਹਨੂੰ ਤਾਂ ਤੁਹਾਨੂੰ ਦੇਣਾ ਹੀ ਪਊਗਾ। ਪਰ ਇਹ ਥੋੜਾ ਵੀ ਬਾਦਲ ਸਾਹਿਬ ਦੀ ਤਰ੍ਹਾਂ ਜਿਹਦੇ 50 ਟਿਊਬਵੈਲ ਹੋਣ ਉਹਨੂੰ ਵੀ ਬਿਜਲੀ ਮਾਫ ਕਰ ਦੋ। ਕਿਉਂ ਕਰ ਦੋ ਉਹਨੂੰ? ਕਿਉਂ ਨਹੀਂ ਉਹਨਾਂ ਤੋਂ ਲੈਂਦੇ? ਕਿਉਂ ਐਮਐਲਏ ਨੂੰ 4-4 ਪੈਨਸ਼ਨਾਂ, 5-5 ਪੈਨਸ਼ਨਾਂ ਮਿਲਣ? ਕਿਉਂ ਐਮਪੀਆਂ ਨੂੰ ਪੈਨਸ਼ਨਾਂ ਤੇ ਤਨਖਾਹਾਂ ਮਿਲਣ? ਕਿਉਂ ਉਹਨਾਂ ਦਾ ਟੈਕਸ ਸਰਕਾਰ ਦੇਵੇ? ਦੱਸਣ ਸਹੀ। ਸੋ ਜਦ ਤੁਸੀਂ ਕਹਿੰਦੇ ਅੰਨਾ ਵੰਡੇ ਸੀਰ ਨਹੀਂ, ਮਿਲਕਰ ਆਪਣਿਆਂ ਨੂੰ ਦੇ, ਇਹਨਾਂ ਵਾਸਤੇ ਕਿਉਂ ਨਾ ਕਮਿਸ਼ਨ ਹੋਵੇ? ਇਹ ਆਪਣੀਆਂ ਤਨਖਾਹ ਆਪੇ ਫੈਸਲਾ ਕਰ ਲੈਂਦੇ ਨੇ, ਕਿਉਂ ਕਰਨਾ ਆਪੇ ਫੈਸਲਾ? ਇਹਨਾਂ ਵਾਸਤੇ ਕਮਿਸ਼ਨ ਹੋਣਾ ਚਾਹੀਦਾ। ਆਪੇ ਪੈਰੀ ਪੈਣਾ, ਆਪੇ ਬੁੱਢ ਸਾਗਨ ਹੋ। ਸੋ ਇਸ ਕਰਕੇ ਅੱਜ ਜੇ ਅਸੀਂ ਇਹ ਆਸ ਕਰਾਂਗੇ ਕਿ ਨਸ਼ਿਆਂ ਨੂੰ, ਇਹ ਸਿਆਸਤ ਚਾਹੇ ਜਿਹੜੀ ਮਰਜ਼ੀ ਪਾਰਟੀ ਹੈ, ਇਹ ਨਸ਼ਿਆਂ ਨੂੰ ਬਿਲਕੁਲ ਨਹੀਂ ਖਤਮ ਕਰਨਗੇ, ਲੋਕਾਂ ਨੂੰ ਗੁੰਮਰਾਹ ਕਰਨਗੇ। ਇਹ ਭ੍ਰਿਸ਼ਟਾਚਾਰ ਨੂੰ ਨਹੀਂ ਖਤਮ ਕਰਨਗੇ, ਇਹ ਲੋਕਾਂ ਨੂੰ ਗੁੰਮਰਾਹ ਕਰਨਗੇ, ਕਿਉਂਕਿ ਭ੍ਰਿਸ਼ਟਾਚਾਰ ਇਹਨਾਂ ਦੇ ਬੰਦੇ ਆਪ ਕਰਦੇ ਨੇ। ਇਹ ਲੋਕਾਂ ਨੂੰ ਵੰਡ ਕੇ ਰੱਖਣਗੇ, ਪਾੜ ਕੇ ਰੱਖਣਗੇ, ਇਹ ਇੱਕਾ ਭਾਈਚਾਰਕ ਇੱਕਾ ਨਹੀਂ ਕਰਨਗੇ, ਕਿਉਂਕਿ ਇਹਨਾਂ ਦਾ ਇੰਟਰਸਟ ਹੈ। ਇਹ ਪੰਚਾਇਤਾਂ ਨੂੰ, ਜ਼ਿਲ੍ਹਾ ਪ੍ਰੀਸ਼ਦਾਂ ਨੂੰ, ਬਲਾਕ ਸੰਮਤੀਆਂ ਨੂੰ, ਮਿਊਨਿਸਪਲ ਕਮੇਟੀਆਂ ਨੂੰ ਇਹ ਅਧਿਕਾਰ ਨਹੀਂ ਦੇਣਗੇ, ਕਿਉਂਕਿ ਇਹਨਾਂ ਦਾ ਆਪਦਾ ਇੰਟਰਸਟ ਹੈ। ਇਸੇ ਕਰਕੇ ਕੇਂਦਰ ਤੋਂ ਅਧਿਕਾਰ ਵਾਪਸ ਨਹੀਂ ਮੰਗਣਗੇ ਜਿਹੜੇ ਉਹਨੇ ਖੋਲੇ, ਕਿਉਂਕਿ ਇਹ ਕੇਂਦਰ ਤੋਂ ਲਾਲਚ ਵੀ ਕੇਂਦਰ ਨਾ ਸਾਨੂੰ ਕੁਝ ਕਹੇ। ਇਸ ਕਰਕੇ ਇਹਨਾਂ ਤੋਂ ਇਹ ਉਮੀਦ ਕਰਨੀ। ਹਾਂ, ਚੋਣਾਂ ਆ ਰਹੀਆਂ ਨੇ, ਸਾਰੀਆਂ ਪਾਰਟੀਆਂ ਨੂੰ ਕਹਿਣ ਵੀ ਦੱਸੋ ਤੁਸੀਂ ਕੇਂਦਰ ਨਾਲ ਕਿਵੇਂ ਲੜੋਗੇ, ਆਪਦੇ ਅਧਿਕਾਰ ਵਾਪਸ ਕਿਵੇਂ ਲਾਓਗੇ, ਕਿਹੜੇ ਮੁੱਦੇ ਤੇ ਕੀ ਕਰੋਗੇ, ਸਿੱਖਿਆ ਦੇ ਸੁਧਾਰ ਵਾਸਤੇ ਦੱਸੋ ਕੀ ਕੀ ਕਰੋਗੇ। ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ 1 ਲੱਖ 2 ਲੱਖ ਕਰਮਚਾਰੀ ਹੈ, ਉਹਦੇ ਵਾਸਤੇ ਘੱਟੋ ਘੱਟ ਉਜਰਤ ਯਕੀਨੀ ਕਿਵੇਂ ਬਣਾਓਗੇ। ਜਿਹੜਾ ਪ੍ਰਾਈਵੇਟ ਅਦਾਰਿਆਂ 'ਚ ਕੰਮ ਕਰਦੇ ਮੁਲਾਜ਼ਮ ਨੇ ਜਾਂ ਕੋਈ ਵੀ ਨੇ, ਉਹਨਾਂ ਨੂੰ ਘੱਟੋ ਘੱਟ ਉਜਰਤ ਕਿਵੇਂ ਯਕੀਨੀ ਬਣਾਓਗੇ। ਆਪਦੀ ਸਰਕਾਰ 'ਚ, ਜਿਹੜੀ ਤੁਹਾਡੀ ਸਰਕਾਰ 'ਚ ਠੇਕੇ ਰਾਹੀਂ ਰੱਖੇ ਹੋਏ ਨੇ, ਉਹਨਾਂ ਨੂੰ ਘੱਟੋ ਘੱਟ ਉਜਰਤ ਕਿਵੇਂ ਦਿਓਗੇ। ਆਹ ਹੁਣੀ ਇੱਕ ਲਾਈਨ ਕਹਿ ਕੇ ਮੈਂ ਆਪਦੀ ਗੱਲ ਖਤਮ ਕਰਨ ਲੱਗਿਆ। ਇਹਨਾਂ ਨੇ ਆਹ ਲੈਕਚਰਾਂ ਦੀਆਂ ਭਰਤੀਆਂ ਕਰਨ ਦੀ ਗੱਲ ਕਰੀ ਹੈ, 1168 ਕੇ ਕਿੰਨੀਆਂ ਪੋਸਟਾਂ ਕੱਢੀਆਂ ਵੀ ਨੇ। ਤੁਹਾਨੂੰ ਇਹ ਪਤਾ ਜਿਹੜੇ 15-15 ਸਾਲ ਤੋਂ 20 ਸਾਲ ਤੋਂ ਵਿਚਾਰੇ 20,000 21,000 ਤੇ ਕੰਮ ਕਰ ਰਹੇ ਨੇ ਜਾਂ 24,000 ਤੇ, ਉਹਨਾਂ ਨੂੰ ਕੱਢ ਦੇਣਾ। ਫਿਰ ਨੌਕਰੀਆਂ ਦਿੱਤੀਆਂ ਕਿ ਨੌਕਰੀਆਂ ਖੋਹੀਆਂ? ਜਿਹਨੇ ਤਾਂ ਇਹਨਾਂ ਦੇ ਉਸ ਕ੍ਰਾਈਸਿਸ ਵੇਲੇ, ਸੰਕਟ ਵੇਲੇ ਮਦਦ ਕਰੀ, ਉਹ ਨਿਕਲ ਜਾਣੇ ਨੇ। ਬਿਲਕੁਲ। ਆ ਥੋੜੇ ਪੈਸਿਆਂ ਤੇ ਕਰੀ, ਹੁਣ 56,000 ਤੇ ਉਹ ਆ ਜਾਣੇ ਨੇ ਜਿਹੜੇ ਕਹਿੰਦੇ ਹਮਤਾ ਇਹ ਹੈ। ਫਿਰ ਕਿੱਥੋਂ ਦਾ ਇਨਸਾਫ ਹੈ? ਇਹ ਆ ਪੋਸਟਾਂ ਕੱਢੀਆਂ ਨੇ ਹੁਣੀ, ਫਿਰ ਦੋਨੇ ਯੂਨੀਵਰਸਿਟੀਆਂ ਨੂੰ ਅੱਧੀਆਂ ਬਣਦੀਆਂ ਹੈ। ਇੱਕ ਦਾ ਤਾਂ ਨਾਂ ਤੈਅ ਕਰਤਾ ਵੀ ਫਲਾਣਾ ਬੰਦਾ ਇਹਦੇ 'ਚ ਮੈਂਬਰ ਹੋਊਗਾ। ਇੱਕ ਨਾਮ ਤੈਅ ਕਰਨ ਦੀ ਕੀ ਲੋੜ ਸੀ ਬਈ? ਕਿਉਂ ਪਾਇਆ ਇੱਕ ਨਾਮ? ਦੱਸਦੇ ਨੇ ਇਹ। ਸੋ ਇਸ ਕਰਕੇ ਫਿਰ ਆ ਹੁਣ ਦੁਬਾਰਾ ਨੋਟੀਫਿਕੇਸ਼ਨ ਕਰੀ। ਪਹਿਲਾਂ ਜਿਹੜੀਆਂ 25% ਰਿਜ਼ਰਵੇਸ਼ਨ ਸੀ ਸ਼ੈਡਿਊਲਡ ਕਾਸਟਾਂ ਦੀ, ਉਹ ਸ਼ੈਡਿਊਲਡ ਕਾਸਟ ਲਿਖਤਾ। ਇਹ ਦੱਸਿਆ ਨਹੀਂ ਵੀ ਵਾਲਮੀਕੀ ਤੇ ਮਜ਼੍ਹਬੀਆਂ ਨੂੰ ਅੱਧੇ ਮਿਲਣੇ ਨੇ। ਹੁਣ ਦੁਬਾਰਾ ਕਰੀਏ ਵੀ ਵਾਲਮੀਕੀਆਂ ਨੂੰ ਅੱਧੇ ਦੇਣੇ। ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ, ਜਿੰਨੀ ਰਿਜ਼ਰਵੇਸ਼ਨ ਦੀਆਂ ਪੋਸਟਾਂ ਭਰੀਆਂ ਹੋਈਆਂ ਨੇ, ਜੇ 10% ਮਜ਼੍ਹਬੀਆਂ ਨੂੰ ਮਿਲੀਆਂ ਹੋਈਆਂ ਤਾਂ ਮੈਨੂੰ ਕਹਿ ਦਿਓ ਰਵਿਦਾਸੀਆਂ ਕੋਲ ਜਾ ਰਹੀਆਂ ਨੇ। ਕਿਉਂਕਿ ਜਿਹੜਾ ਰਾਜ ਕਰਦਾ ਉਹ ਸ਼ੈਡਿਊਲਡ ਕਾਸਟਾਂ ਦੇ ਨਾਂ ਤੇ ਰਾਜ ਕਰਦੇ ਨੇ। ਇਹਨਾਂ ਨੇ ਲਿਖਤਾ ਸ਼ੈਡਿਊਲਡ ਟਰਾਈਬ ਤਾਂ ਪੰਜਾਬ 'ਚ ਹੈ ਹੀ ਨਹੀਂ। ਉਹਨੂੰ ਪੁੱਛੋ ਗੱਡੀਆਂ ਵਾਲੇ, ਕੁੱਡੀਆਂ ਵਾਲੇ, ਧਾਨ ਕੇ, ਉਹ ਸ਼ੈਡਿਊਲਡ ਕਾਸਟ ਟਰਾਈਬ ਨਹੀਂ ਹੈਗੇ। ਉਹਨਾਂ ਕੋਲ ਤਾਂ ਜਗ੍ਹਾ ਹੀ ਕੋਈ ਨਹੀਂ, ਉਹ ਤਾਂ ਘੁੰਮਦੇ ਫਿਰਦੇ ਨੇ, ਉਹ ਤਾਂ ਘੁਮੰਤਰੂ ਨੇ, ਸਾਂਸੀ। ਉਹਨਾਂ ਨੂੰ ਕਹਿੰਦੇ ਇਹ ਤਾਂ ਸ਼ੈਡਿਊਲਡ ਟਰਾਈਬ ਤਾਂ ਪੰਜਾਬ 'ਚ ਹੈ ਹੀ ਨਹੀਂ। ਕਿਉਂਕਿ ਰਵਿਦਾਸੀਆਂ ਦੀ ਚੜ੍ਹਤ ਸੀ, ਇਸ ਕਰਕੇ ਸਾਰੇ ਬੈਨੀਫਿਟ ਉਹ ਲੈ ਗਏ, ਦੂਜਿਆਂ ਨੂੰ ਮਿਲਿਆ ਨਹੀਂ। ਉਹਨਾਂ 'ਚ ਵੀ ਗਾਹਾਂ ਉਹਨਾਂ 'ਚ ਫਿਰ ਕੁਝ ਬ੍ਰਾਹਮਣ ਪੈਦਾ ਹੋ ਗਏ। ਰਵਿਦਾਸੀਆਂ ਦੇ ਵਿੱਚ ਵੀ 90% ਰਵਿਦਾਸੀ ਨੂੰ ਬੈਨੀਫਿਟ ਦਾ ਜਰਾ ਇੱਕ ਲੇਸ ਮਾਤਰ ਵੀ ਫਾਇਦਾ ਨਹੀਂ ਹੋਇਆ। ਸਿਰਫ 10% ਪਰਿਵਾਰਾਂ ਨੂੰ ਫਾਇਦਾ ਹੋਇਆ ਰਵਿਦਾਸੀਆਂ 'ਚ। ਜੇ ਸ਼ੈਡਿਊਲਡ ਕਾਸਟ ਟੋਟਲ ਲੈ ਲਈਏ ਤਾਂ ਉਹਦੇ 'ਚ 4-5% ਨੂੰ ਫਾਇਦਾ ਹੋਇਆ, ਬਾਕੀ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ। ਇਹ ਦੱਸ ਦੇਣ ਕੀ ਹੈ, ਕਿਉਂਕਿ ਉਹ ਵੀ ਆਪਦਾ ਉਹ ਇਹਨਾਂ ਦੇ ਬ੍ਰਾਹਮਣ ਬਣੇ ਹੋਏ ਨੇ। ਸੋ ਜਿਹੜੇ ਬੰਦੇ ਪਾਵਰ 'ਚ ਨੇ, ਰਵਿਦਾਸੀ ਜਾਂ ਸ਼ੈਡਿਊਲਡ ਕਾਸਟ ਮਿਨਿਸਟਰ ਸਾਰੀਆਂ ਸਰਕਾਰਾਂ 'ਚ ਹੀ ਰਹੇ ਨੇ, ਕਿਉਂਕਿ ਐਮਐਲਏ ਵੀ ਸਾਰੀਆਂ ਸਰਕਾਰਾਂ 'ਚ ਰਹੇ ਨੇ। ਸੋ ਇਸ ਕਰਕੇ ਆਪਾਂ ਇਹ ਗੱਲ ਜਾਤ ਪਾਤ ਧਰਮ ਜਾਂ ਇਸ ਦੇ ਨਾਲ ਇਹ ਖਤਮ ਨਹੀਂ ਕਰਨਗੇ।
ਇੱਕ ਮੂਵਮੈਂਟ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ, ਜਿਹੜੀ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਕਰੇ, ਜਿਹੜੀ ਫੈਡਰਲਿਜ਼ਮ ਦੀ ਗੱਲ ਕਰੇ, ਵੱਧ ਅਧਿਕਾਰਾਂ ਦੀ ਗੱਲ ਕਰੇ ਸਟੇਟ ਦੇ, ਜੇ ਵੱਧ ਨਹੀਂ ਤਾਂ ਜਿਹੜੇ ਖੁੱਸੇ ਹੋਏ ਅਧਿਕਾਰ ਨੇ ਵਾਪਸ ਲੈਣ ਦੀ ਗੱਲ ਕਰੇ, ਹਰੇਕ ਨੂੰ ਬਰਾਬਰ ਐਜੂਕੇਸ਼ਨ, ਬਰਾਬਰ ਸਿਹਤ ਵਾਸਤੇ ਯਤਨ ਕਰੇ। ਜਿਹੜਾ ਇੱਥੇ ਬਹੁਤ ਵੱਡਾ ਭ੍ਰਿਸ਼ਟਾਚਾਰ ਹੋ ਰਿਹਾ, ਮਾਫੀਆ ਰਾਜ ਹੈ, ਚਾਹੇ ਉਹ ਮਾਫੀਆ ਕੇਬਲ ਦਾ, ਚਾਹੇ ਉਹ ਸੈਂਡ ਹੈ, ਚਾਹੇ ਉਹ ਸ਼ਰਾਬ ਹੈ, ਚਾਹੇ ਉਹ ਨਸ਼ਿਆਂ ਦਾ ਮਾਫੀਆ ਹੈ, ਚਾਹੇ ਉਹ ਟਰਾਂਸਪੋਰਟ ਦਾ ਮਾਫੀਆ ਹੈ, ਚਾਹੇ ਉਹ ਐਜੂਕੇਸ਼ਨ ਦਾ ਮਾਫੀਆ ਹੈ, ਚਾਹੇ ਉਹ ਨੌਕਰੀਆਂ ਦਿਵਾਉਣ ਦਾ ਮਾਫੀਆ ਹੈ, ਚਾਹੇ ਉਹ ਰਜਿਸਟਰੀਆਂ ਕਰਾਉਣ ਦਾ ਮਾਫੀਆ ਹੈ, ਉਹ ਸਾਰਾ ਮਾਫੀਆ ਰਾਜ ਖਤਮ ਕਰਨ ਵਾਸਤੇ ਕਾਰਪੋਰੇਸ਼ਨਾਂ ਬਣਾਉਣੀਆਂ ਪੈਣਗੀਆਂ, ਜਿਹਦੇ ਰਾਹੀਂ ਲੋਕਾਂ ਨੂੰ ਰੁਜ਼ਗਾਰ ਚੰਗਾ ਮਿਲੇ। ਜਿਹੜਾ ਪੈਸਾ ਮਾਫੀਆ ਕੋਲ ਜਾ ਰਿਹਾ ਹੈ, ਉਹ ਪੈਸਾ ਤੁਸੀਂ ਮੁਲਾਜ਼ਮ ਜਿਹੜੇ ਲਾਓਗੇ ਉਹਨਾਂ ਨੂੰ ਦਿਓ ਚੰਗੀ ਤਨਖਾਹ, 50-50 ਹਜ਼ਾਰ ਰੁਪਈਆ, ਲੋਕਾਂ ਨੂੰ ਸਸਤਾ ਦਿਓ ਉਹੀ ਸਮਾਨ, ਉਹਦੇ 'ਚ ਕੁਝ ਪੈਸਾ ਲਾਓ, ਕੁਝ ਪੈਸਾ ਖਜ਼ਾਨੇ 'ਚ ਲਿਆਓ, 3 ਜਗ੍ਹਾ 'ਤੇ ਵੰਡ ਦਿਓ। ਜਿਹੜਾ ਪੈਸਾ ਉਹ ਖਾ ਰਹੇ ਨੇ ਉਹਨੂੰ 3 ਜਗ੍ਹਾ 'ਤੇ ਵੰਡ ਦਿਓ। ਬਿਲਕੁਲ। ਸੋ ਇਸ ਕਰਕੇ ਆਪਾਂ ਸੁਖਵਿੰਦਰ ਜੀ ਇਹ ਮੰਨ ਕੇ ਚੱਲੀਏ ਕਿ ਜਿਹੜਾ ਇਹ ਕਹਿੰਦੇ ਨੇ ਸਾਡਾ ਖਜ਼ਾਨਾ ਖਾਲੀ, ਹੁਣ ਖਜ਼ਾਨਾ ਲੁਟਾ ਰਹੇ ਨੇ। ਹੁਣ ਚੰਨੀ ਸਾਹਿਬ ਨੇ ਕਹਿੰਦਾ ਵੀ ਸਾਡੇ ਤਾਂ ਖਜ਼ਾਨੇ 'ਚ ਕੋਈ ਪੈਸੇ ਦਾ ਘਾਟ ਹੀ ਨਹੀਂ। ਹੁਣ ਵਿੱਤ ਮੰਤਰੀ ਕਹੇ ਨਾ, ਵਿੱਤ ਮੰਤਰੀ ਕੋਲ ਹੀ ਬੈਠਾ ਸੀ, ਹੁਣ ਉਹ ਕਹੇ ਨਹੀਂ ਜੀ ਘਾਟ ਤਾਂ ਹੈਗੀ ਹੈ, ਉਂਝ ਆਪਾਂ ਕੋਈ ਕਰਜ਼ਾ ਲੈ ਕੇ ਸਾਰਾਂਗੇ, ਫਿਰ ਸੱਚ ਤਾਂ ਬੋਲ ਦੇਣਾ, ਉਹ ਨਹੀਂ ਬੋਲ ਰਹੇ। ਸੋ ਜਿਹੜਾ ਕੁਝ ਬੈਨੀਫਿਟ ਦੇ ਰਹੇ ਨੇ, ਹੁਣ ਇਹਨਾਂ ਨੇ ਐਂ ਦਿਖਾ ਰਹੇ ਨੇ ਵੀ ਅਸੀਂ ਤਾਂ ਜੀ ਅਸੀਂ ਦੇ ਰਹੇ ਹਾਂ। ਇਹ ਠੀਕ ਹੈ ਕਿ ਪੋਸਟਾਂ ਤਾਂ ਇਹਨਾਂ ਨੇ ਕੱਢੀਆਂ ਨੇ, ਜਿਹੜਾ ਲਾਲ ਡੋਰੇ ਦੇ ਅੰਦਰ ਰਜਿਸਟਰੀ ਵਾਲਾ ਕੰਮ ਸੀ, ਹਾਲਾਂਕਿ ਇਹਨਾਂ ਨੇ ਆਪਦੇ ਹੋਰ ਹਿੱਤ ਤੋਂ ਕਰਿਆ ਇਹ ਕੇਂਦਰ ਨੇ ਕਿਹਾ ਸੀ ਇਹਨਾਂ ਨੂੰ, ਕੈਪਟਨ ਸਰਕਾਰ ਨੂੰ, ਉਹ ਤਾਂ ਪਹਿਲਾਂ ਕੈਪਟਨ ਸਰਕਾਰ ਹੀ ਕਰ ਚੁੱਕੀ ਸੀ, ਉਦੋਂ ਤਾਂ ਚਿੱਠੀ ਜਾਰੀ ਕਰੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੇਤ ਬੇਜ਼ਮੀਨਾਂ ਦਾ ਕਰਜ਼ਾ ਮਾਫ ਕਰਨਾ ਸੀ 510 ਕਰੋੜ 20 ਕਰੋੜ, ਉਹਦਾ ਤਾਂ ਪਹਿਲਾਂ 590, ਉਹਨਾਂ ਪਹਿਲਾਂ ਕਿਹਾ ਸੀ 700 ਕਰੋੜ ਕਰਾਂਗੇ, ਫਿਰ ਕਿਹਾ 590 ਕਰੋੜ ਕਰਾਂਗੇ, ਫਿਰ 520 ਤੇ ਆ ਗਏ ਸੀ, ਉਹਦਾ ਤਾਂ ਸਾਰਾ ਕੁਝ ਤਿਆਰ ਹੋ ਚੁੱਕਿਆ ਸੀ ਆਲਮੋਸਟ। ਉਹ ਵੀ ਇਹਨਾਂ ਨੇ ਸ਼ੁਰੂ ਆ ਕੇ ਇਹ ਦੱਸਿਆ ਹੀ ਨਹੀਂ ਵੀ ਭਾਈ ਇਹ ਹੋਇਆ ਸੀ, ਪਰ ਰੁਕਿਆ ਹੋਇਆ ਸੀ, ਮੈਂ ਇਹ ਕਰਿਆ। ਸੋ ਜਿਹੜੀ ਸਰਕਾਰ ਜਿਹੜਾ ਕੰਮ ਕਰਦੀ ਵੀ ਆ ਉਹਦੇ 'ਚ ਸੱਚ ਮੁੜ ਕੇ ਨਹੀਂ ਦੱਸਣ ਨੂੰ ਤਿਆਰ ਲੋਕਾਂ ਨੂੰ, ਉਹਨੂੰ ਲੱਗਦਾ ਵੀ ਗੁੰਮਰਾਹ ਕਰੋ ਲੋਕਾਂ ਨੂੰ। ਤੇ ਆਪਾਂ ਕਿਵੇਂ ਮੰਨ ਲਈਏ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹ ਫੇਰ ਜਾ ਕੇ ਲੋਕਾਂ ਦਾ ਫਾਇਦਾ, ਔਰ ਗੁੰਮਰਾਹ ਕਦ ਕਰ ਰਹੇ ਨੇ, ਜਦ 3 ਮਹੀਨਿਆਂ ਨੂੰ ਚੋਣ ਫੇਸ ਕਰਨੀ ਹੈ। ਬਿਲਕੁਲ। ਜੇ ਉਦੋਂ ਵੀ ਗੁੰਮਰਾਹ ਕਰ ਰਹੀਆਂ ਨੇ ਪਾਰਟੀਆਂ, ਤਾਂ ਬਾਅਦ ਦੇ ਵਿੱਚ ਕਿਉਂ ਨਹੀਂ ਕਰਨਗੀਆਂ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਚਰਚਾ ਲੰਬੀ ਇਸ ਕਰਕੇ ਹੁੰਦੀ ਹੈ ਕਿ ਮਸਲੇ ਦਾ, ਜਿਸ ਮੁੱਦੇ ਦੇ ਉੱਤੇ ਅਸੀਂ ਚਰਚਾ ਕਰਦੇ ਆ, ਉਹਦਾ ਸਿੱਟਾ ਕੱਢਿਆ ਜਾਵੇ। ਇਹ ਨਾ ਹੋਵੇ ਕਿ ਅਸੀਂ ਸਮਾਂ ਬਿਤਾਈਏ, ਕੋਈ 10-15 ਮਿੰਟ ਦੇ ਵਿੱਚ ਆਪਣਾ ਸਮਾਂ ਪੂਰਾ ਕਰੀਏ। ਤੁਹਾਡੇ ਤੱਕ ਉਹਦਾ ਸਾਰਥਕ ਹੱਲ, ਉਹਦਾ ਇੱਕ ਸੁਨੇਹਾ, ਜਾਗਰੂਕਤਾ, ਉਹ ਸਭ ਪਹੁੰਚਣੀ ਚਾਹੀਦੀ ਹੈ, ਤਾਂ ਕਿ ਸਾਡੀ ਕੀਤੀ ਚਰਚਾ ਵੀ ਉਹ ਕਿਸੇ ਕੰਮ ਆਵੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ। ਸ਼ੁਕਰੀਆ ਸਰ, ਧੰਨਵਾਦ ਜੀ।